ਪੰਚਾਇਤਨਾਮਾ ਅਤੇ ਕੇਸੀ ਵਿਰਾਸਤ ਦੇ ਸਾਂਝੇ ਦਰਸ਼ਕਾਂ ਲਈ ਅੱਜ ਅਸੀਂ ਇੱਕ ਡਿਬੇਟ ਲੈ ਕੇ ਆਏ ਹਾਂ। ਨਿਵੇਕਲੇ ਅੰਦਾਜ਼ 'ਚ ਪੇਸ਼ ਕਰਨ ਦੀ ਕੋਸ਼ਿਸ਼ ਕਰਾਂਗੇ। ਔਰ ਅੱਜ ਮੇਰੇ ਨਾਲ ਨੇ ਗੁਰਪ੍ਰੀਤ ਸਿੰਘ ਸੰਧੂ ਜੀ। ਪੰਜਾਬ ਤੋਂ ਨਿਕਲੀ ਇੱਕ ਲਹਿਰ ਸੀ ਕਿਸਾਨ ਅੰਦੋਲਨ, ਔਰ ਅੱਜ ਉਹ ਪੂਰੇ ਭਾਰਤ ਦੇ ਵਿੱਚ ਇੱਕ ਚਰਚਾ ਦਾ ਵਿਸ਼ਾ ਹੈ। ਕਈ ਪੜਾਅ ਤੈਅ ਹੋ ਚੁੱਕੇ ਨੇ, ਕਈ ਵਾਦ ਵਿਵਾਦ ਵੀ ਸ਼ੁਰੂ ਹੋ ਚੁੱਕੇ ਨੇ, ਔਰ ਅੱਜ ਅਸੀਂ ਪੰਜਾਬੀ ਹੋਣ ਦੇ ਨਾਤੇ ਇਸ ਚੀਜ਼ ਦੇ ਵਿੱਚ ਆਪਣਾ ਫਰਜ਼ ਸਮਝਦੇ ਹਾਂ ਕਿ ਇਸ ਅੰਦੋਲਨ ਦੀ ਜਿਹੜੀ ਰੂਪਰੇਖਾ ਦਾ ਨਵਾਂ ਚਿਹਰਾ ਹੈ, ਤਾਜ਼ਾ ਤਸਵੀਰ ਹੈ, ਉਹਦੇ ਔਰ ਥੋੜ੍ਹੇ ਬਹੁਤ ਉਹਦੇ ਪਿਛੋਕੜ ਨੂੰ ਲੈ ਕੇ ਇੱਕ ਗੰਭੀਰ ਚਰਚਾ ਕਰੀਏ, ਇੱਕ ਵਿਸ਼ਲੇਸ਼ਣ ਕਰੀਏ, ਤਾਂ ਕਿ ਇਸ ਲਹਿਰ ਲਈ ਔਰ ਆਮ ਲੋਕਾਂ ਲਈ ਉਹ ਇੱਕ ਸੁਨੇਹਾ ਬਣ ਕੇ ਜਾ ਸਕੇ। ਸੰਧੂ ਸਾਹਿਬ, ਤੁਹਾਡਾ ਬਹੁਤ ਬਹੁਤ ਸਵਾਗਤ ਹੈ। ਧੰਨਵਾਦ ਜੀ ਤੁਹਾਡਾ। ਤੁਸੀਂ ਇਹ ਦੱਸੋ ਕਿ ਅੱਜ ਦੀ ਜੋ ਸਥਿਤੀ ਹੈ ਜੀ ਅੰਦੋਲਨ ਨੂੰ ਲੈ ਕੇ, ਜੀ 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 ਕਿਸਾਨ ਅੰਦੋਲਨ ਨੂੰ ਲੈ ਕੇ, ਹਾਂਜੀ, ਅੱਜ ਕਿੱਥੇ ਖੜੀ ਹੈ ਕਿਸਾਨ ਅੰਦੋਲਨ ਦੀ ਜਿਹੜੀ ਸਥਿਤੀ? ਦੇਖੋ ਜੀ, ਆਪਾਂ ਗੱਲ ਕਰੀਏ ਇਸ ਹਫਤੇ ਦੀ ਜੀ, ਤੇ 26 ਜਨਵਰੀ ਇੱਕ ਬੜਾ ਵੱਡਾ ਮੋੜ ਹੈ ਇਸ ਸੰਘਰਸ਼ ਦੇ ਘਟਨਾ ਚੱਕਰ ਦੇ ਵਿੱਚ, ਔਰ ਜੋ ਪ੍ਰਭਾਵ ਕਿਸਾਨ ਜਥੇਬੰਦੀਆਂ ਦਾ 25 ਜਨਵਰੀ ਤੱਕ ਬਣ ਚੁੱਕਾ ਸੀ। ਔਰ ਜਿਸ ਤਰ੍ਹਾਂ ਦੇ ਸਰਕਾਰ ਕੋਈ ਵੀ ਅਗਰ ਕੋਈ ਗੱਲ ਕਹਿੰਦੀ ਸੀ, ਕੋਈ ਤੌਖਲਾ ਵੀ ਪ੍ਰਗਟ ਕਰਦੀ ਸੀ, ਤੇ ਮੈਨੂੰ ਲੱਗਦਾ ਕਿ ਸਾਰਾ ਸਮੁੱਚਾ ਕਿਸਾਨ ਵਰਗ ਜਿਹੜਾ ਉੱਥੇ ਇਕਜੁੱਟ ਸੀ ਤੇ ਇਹੋ ਹੀ ਕੰਡੈਮ ਕੀਤਾ ਜਾਂਦਾ ਸੀ ਬੜੇ ਜ਼ੋਰਦਾਰ ਢੰਗ ਦੇ ਨਾਲ ਕਿ ਨਹੀਂ ਜੀ, ਇਹ ਸਰਕਾਰ ਦੀ ਸਾਜ਼ਿਸ਼ ਹੈ, ਸਰਕਾਰ ਝੂਠ ਬੋਲੇ, ਸਰਕਾਰ ਭਟਕਾਉਣਾ ਚਾਹੁੰਦੀ ਹੈ। ਔਰ ਦੂਜੀ ਗੱਲ, ਹਾਲਾਂਕਿ ਇਹਦੇ ਵਿੱਚ ਇਹ ਵੀ ਗੱਲ ਖਾਸ ਹੈ ਕਿ ਬਲਵੀਰ ਸਿੰਘ ਰਾਜੇਵਾਲ ਹੋਣੀ ਸਟੇਜ ਤੋਂ ਉਹ ਗੱਲਾਂ ਕਬੂਲ ਕਰ ਲਈਆਂ ਸੀ, ਜਿਹੜੀ ਸਰਕਾਰ ਅੱਜ ਤੱਕ ਤੌਖਲੇ ਪ੍ਰਗਟ ਕਰਦੀ ਸੀ, ਉਹ ਉਹਨਾਂ ਨੇ ਗੱਲਾਂ ਕਬੂਲ ਕਰ ਲਈਆਂ ਸੀ। ਔਰ ਇਸ ਗੱਲ ਦਾ ਇਹਨਾਂ ਸਾਰੀ ਜਿਹੜੀ ਲੀਡਰਸ਼ਿਪ ਅਸੀਂ ਕਹਿ ਸਕਦੇ ਹਾਂ, ਯੋਗਿੰਦਰ ਯਾਦਵ ਤੋਂ ਲੈ ਕੇ ਸਾਰਿਆਂ ਨੂੰ ਪਤਾ ਸੀ ਕਿ ਕੀ ਜਿਹੜਾ ਉਹ ਹੋਣ ਜਾ ਰਿਹਾ। ਪਰ ਮੈਨੂੰ ਲੱਗਦਾ ਕਿਤੇ ਕਿ ਅੱਧ ਵਿਚਾਲੇ ਫਸ ਗਏ ਦੋਨੇ। ਵੈਸੇ ਵੀ ਕੀ ਕਹਿੰਦੇ ਹੁੰਦੇ ਵੀ ਆਵੇ ਤਾਂ ਕੋਹੜੀ ਛੱਡੇ ਦਾ ਕਲੰਕੀ। ਸੋ ਉਹ ਹਾਲਾਤ ਜਿਹੜੀ ਹੈ, ਮੈਨੂੰ ਲੱਗਦਾ ਜਿਹੜੀ ਕਿਸਾਨ ਲੀਡਰਸ਼ਿਪ ਹੈ, ਜਿਹੜੀ ਕਿ ਖਾਸ ਤੌਰ 'ਤੇ ਅਸੀਂ ਕਹਿੰਦੇ ਮਾਰਕਸਵਾਦ ਨਾਲ ਸੰਬੰਧਿਤ ਹੈ, ਖੱਬੇ ਪੱਖੀ ਜਿਹੜੀ ਧਿਰ ਨਾਲ ਲੋਕ ਸਮਝੇ ਜਾਂਦੇ, ਉਹਨਾਂ ਦੀ ਹਾਲਤ ਸੀ। ਉਹ ਕਹਿ ਵੀ ਰਹੇ ਸੀਗੇ ਤੇ ਲੇਕਿਨ ਉਹਨੂੰ ਸਾਜ਼ਿਸ਼ ਵੀ ਸਰਕਾਰ ਦੀ ਦੱਸ ਰਹੇ ਸੀ। ਕਿਤੇ ਨਾ ਕਿਤੇ ਮੈਨੂੰ ਲੱਗਦਾ ਕਿ ਉਹ ਇਹ ਸੋਚ ਰਹੇ ਸੀ ਕਿ ਸਾਰੀ ਜਿਹੜੀ ਗੇਂਦ ਆ ਉਹ ਸਰਕਾਰ ਦੇ ਪਾਲੇ 'ਚ ਰਵੇ। ਸਰਕਾਰ ਕੁਝ ਵੀ ਗੱਲ ਕਹਿੰਦੀ ਤਾਂ ਲੋਕ ਇਕੱਠੇ ਹੋ ਕੇ ਰਿਐਕਟ ਕਰਨ ਵੀ ਸਰਕਾਰ ਗਲਤ ਕਹਿ ਰਹੀ ਹੈ, ਔਰ ਸਰਕਾਰ ਕੋਈ ਨਾ ਕੋਈ ਗਲਤੀ ਕਰੇ। ਉਹਦੇ ਹਾਲਾਤ ਜਿਹੜੇ ਮੈਨੂੰ ਲੱਗਦਾ ਲੀਡਰਸ਼ਿਪ ਵੱਲੋਂ ਬਣਾਏ ਜਾ ਰਹੇ ਸੀ ਕਿ ਸਰਕਾਰ ਗਲਤੀ ਕਰੇ ਜੇ ਕੋਈ ਕਰਨੀ ਹੈ। ਔਰ ਉਹ ਜਿਹੜੇ ਹਾਲਾਤ ਸੀਗੇ 26 ਤਰੀਕ ਤੋਂ ਬਾਅਦ, 26 ਤਰੀਕ ਨੂੰ ਉਹ ਕੰਮ ਹੋਇਆ, ਪਰ ਉਹ ਨਹੀਂ ਹੋਇਆ ਜੋ ਕਿਸਾਨ ਆਗੂ ਸੋਚਦੇ ਸੀ ਹੋਣਗੇ ਇਸ ਰਣਨੀਤੀ 'ਚ। 26 ਜਨਵਰੀ ਜਿਹੜੀ ਹੈ ਉਹ ਸਾਡਾ ਬਹੁਤ ਹੀ ਅਹਿਮ ਜਿਹੜਾ ਇੱਕ ਦਿਨ ਆ ਗਣਤੰਤਰ ਦਾ, ਤੇ ਉਹਦੇ ਸਾਰੇ ਦੇਸ਼ ਦੀਆਂ ਭਾਵਨਾਵਾਂ ਉਹਦੇ ਨਾਲ ਜੁੜੀਆਂ ਹੁੰਦੀਆਂ ਨੇ। ਉਹਨੂੰ ਠੀਕ ਹੈ, ਉਹਨਾਂ ਨੂੰ ਇੱਕ ਆਪਣੇ ਦਿਖਾਵੇ ਲਈ ਕੈਸ਼ ਵੀ ਕਰਨਾ ਚਾਹੁੰਦੀ ਸੀ ਕਿਸਾਨ ਜਥੇਬੰਦੀਆਂ, ਪਰ ਉਹਨਾਂ ਨੂੰ ਨਾਲ ਦੀ ਨਾਲ ਮੈਨੂੰ ਲੱਗਦਾ ਕਿ ਇਸ ਮੌਕੇ ਨੂੰ ਉਹਨਾਂ ਨੇ ਸਰਕਾਰ 'ਤੇ ਦਬਾਅ ਪਾਉਣ ਲਈ ਇੱਕ ਹਥਿਆਰ ਵਜੋਂ ਵਰਤਣਾ ਚਾਹਿਆ। ਪਰ ਮੈਨੂੰ ਲੱਗਦਾ ਕਿ ਜਿਹੜਾ ਉਹ ਕੰਮ ਕਰਨਾ ਚਾਹੁੰਦੇ ਸੀ, ਉਹ ਕਿਤੇ ਬਾਜੀ ਜਿਹੜੀ ਹੈ ਉਹ ਕਿਸਾਨ ਆਗੂਆਂ ਦੀ ਫਿਲਹਾਲ ਜਿਹੜੀ ਆ ਉਹ ਪੁੱਠੀ ਪੈ ਗਈ। ਔਰ ਉਸ ਤੋਂ ਬਾਅਦ ਦੇ ਹੁਣ ਤੁਸੀਂ ਹਾਲਾਤ ਦੇਖੋ। ਕੱਲ੍ਹ ਦੀਆਂ ਖਬਰਾਂ ਆ ਰਹੀਆਂ ਸੀ ਕਿ ਗਾਜੀਪੁਰ ਬਾਰਡਰ ਜਿਹੜਾ ਹੈ ਉੱਥੇ ਵੀ ਆਮ ਲੋਕ ਜਿਹੜੇ ਇਕੱਠੇ ਹੋ ਗਏ, ਆਮ ਲੋਕਾਂ ਨੇ ਉਹਨਾਂ ਦਾ ਵਿਰੋਧ ਕਰਨਾ ਸ਼ੁਰੂ ਕਰਤਾ, ਕਹਿਤਾ ਜੀ ਇੱਥੋਂ ਤੁਸੀਂ ਆਪਣਾ ਜਿਹੜਾ ਉਹ ਡੰਡਾ ਡੰਗੋਰੀ ਚੱਕ ਲਓ। ਔਰ ਉਹਦੇ ਵਿੱਚ ਇਹ ਵੀ ਹੈ ਵੀ ਯੂਪੀ ਦੇ ਮੁੱਖ ਮੰਤਰੀ ਨੇ ਆਦੇਸ਼ ਕਰ ਦਿੱਤੇ ਕਿ ਇਹ ਰਾਤ ਨੂੰ ਗਾਜੀਪੁਰ ਬਾਰਡਰ ਤੋਂ ਸੰਘਰਸ਼ ਚੁਕਾ ਦਿਓ, ਔਰ DC ਨੇ ਇੱਥੇ ਆਰਡਰ ਕਰਕੇ ਧਾਰਾ 144 ਵੀ ਲਾਈ ਹੈ, ਕੋਈ 133 ਤਹਿਤ ਉਹਨਾਂ ਨੂੰ ਆਰਡਰ ਵੀ ਕੀਤੇ, ਖਾਲੀ ਕਰ ਜਾਣ ਦੀਆਂ ਗੱਲਾਂ ਕੀਤੀਆਂ, ਦਬਾਅ ਬਣਾਇਆ ਗਿਆ। ਉਹਦੇ 'ਚ ਬਹੁਤ ਸਾਰੇ ਲੋਕ ਜਿਹੜੇ ਮੈਂ ਕਹਿੰਦਾ ਵੀ ਗਾਜੀਪੁਰ ਬਾਰਡਰ ਤੋਂ ਇੱਕ ਵਾਰੀ ਤਾਂ 90% ਜਿਹੜੇ ਕਿਸਾਨ ਨੇ ਯੂਪੀ ਦੇ ਉਹ ਉੱਥੋਂ ਰਵਾਨਗੀ ਕਰ ਗਏ ਸੀਗੇ। ਪਰ ਉਸ ਤੋਂ ਬਾਅਦ ਜੋ ਟਕੈਤ ਸਾਹਿਬ ਦਾ ਜੋ ਜਜ਼ਬਾਤ ਸਾਹਮਣੇ ਆਉਂਦੇ ਨੇ, ਉਹਨਾਂ ਦੇ ਹੰਝੂ ਸਾਹਮਣੇ ਆਉਂਦੇ ਨੇ, ਉਸ ਤੋਂ ਬਾਅਦ ਉਹਨਾਂ ਦਾ ਜੋਸ਼ ਸਾਹਮਣੇ ਆਉਂਦਾ, ਔਰ ਲਗਾਤਾਰ ਜੋ ਲਾਈਵ ਹੋ ਰਹੇ ਸੀ, ਉਹਨਾਂ ਨੇ ਜਿਹੜੇ ਸਿੰਘੂ ਬਾਰਡਰ 'ਤੇ ਹੋਰ ਟਿਕਰੀ ਬਾਰਡਰ 'ਤੇ ਬੈਠੇ ਜਿਹੜੇ ਸੰਘਰਸ਼ੀ ਸੀਗੇ ਕਿਸਾਨ, ਉਹਨਾਂ ਦੇ ਵਿੱਚ ਇੱਕ ਨਵੇਂ ਸੁਨੇਹੇ ਦਾ ਸੰਚਾਰ ਕੀਤਾ, ਨਵੀਂ ਊਰਜਾ ਦਾ ਸੰਚਾਰ ਕੀਤਾ, ਔਰ ਉਹਨਾਂ ਲੋਕਾਂ ਨੇ ਵਾਹੋਦਾਹੀ ਉਹ ਫਿਰ ਗਾਜੀਪੁਰ ਬਾਰਡਰ ਵੱਲ ਨੂੰ ਜਿਹੜੇ ਆ ਉਹ ਰਵਾਨਗੀ ਪਾਤੀ। ਔਰ ਉਹਦੇ ਨਾਲ ਹਾਲਾਤ ਇਹੋ ਜਿਹੇ ਬਣ ਗਏ ਕਿ ਉਸ ਹਾਲਾਤ ਦੇ ਵਿੱਚ ਕਿਤੇ ਨਾ ਕਿਤੇ ਜਿਹੜਾ ਪ੍ਰਸ਼ਾਸਨ ਸੀ ਉਹਨੂੰ ਬੈਕਫੁੱਟ 'ਤੇ ਜਾਣਾ ਪੈ ਗਿਆ, ਔਰ ਉਸ ਬੈਕਫੁੱਟ 'ਤੇ ਜਾਣ ਤੋਂ ਬਾਅਦ ਕਿਸਾਨ ਸੰਘਰਸ਼ ਜਿਹੜਾ ਇੱਕ ਵਾਰ ਫਿਰ ਮਜ਼ਬੂਤ ਹੁੰਦਾ ਜਿਹੜਾ ਉਹ ਨਜ਼ਰ ਆ ਰਿਹਾ ਸੀ। ਅੱਛਾ, ਹੁਣ ਇਹ ਤਾਂ ਸੀ ਮੇਰੀ ਗੱਲ। ਹੁਣ ਮੈਂ ਇਹ ਜਾਣਨਾ ਚਾਹੁੰਦਾ ਕਿ ਉਸ ਤੋਂ ਇਲਾਵਾ ਜਿਹੜੇ ਇਸ ਵੇਲੇ ਹਾਲਾਤ ਨੇ, ਮੈਂ ਸਮਝਦਾ ਕਿ ਤੁਹਾਡੀ ਜਿਹੜੀ ਬੜੀ ਪਾਰਖੂ ਨਜ਼ਰ ਹੁੰਦੀ ਹੈ। ਮੈਨੂੰ ਲੱਗਦਾ ਤੁਸੀਂ ਵੀ ਜ਼ਰੂਰ ਦਰਸ਼ਕਾਂ ਨਾਲ ਸਾਂਝਾ ਕਰੋ ਕਿ ਤੁਸੀਂ ਕੀ ਸੋਚਦੇ ਹੋ ਕਿ ਇਸ ਹਾਲਾਤ ਵਿੱਚ ਹੋਰ ਕਿਹੜੀ ਗੱਲ ਜਿਹੜੀ ਹੈ ਉਹ ਕੀ ਖੱਟਿਆ ਤੇ ਕੀ ਗਵਾਇਆ। ਸੰਧੂ ਸਾਹਿਬ,
ਤੁਹਾਡੀ ਮੈਂ ਉਸ ਗੱਲ ਨਾਲ ਇਨ ਬਿਨ ਸਹਿਮਤ ਹਾਂ ਕਿ 25 ਅਗਸਤ ਤੱਕ ਜੋ ਸਥਿਤੀ ਸੀ, ਜੋ ਪਕੜ ਕਿਸਾਨ ਸੰਗਠਨਾਂ ਦੀ ਸੀ, ਜੀ ਜੀ, ਉਹ 26 ਤੋਂ ਬਾਅਦ ਉਹਦਾ ਹੂੰ। ਸਾਰਾ ਖੇਲ ਜਿਹੜਾ ਪਲਟ ਚੁੱਕਾ ਹੈ। ਹੂੰ 25 ਤੱਕ ਹਾਲਾਤ ਇਹ ਸੀ ਕਿ ਕਿਸਾਨ ਜਥੇਬੰਦੀਆਂ ਨੂੰ ਸਰਕਾਰ ਬੁਲਾਉਂਦੀ ਸੀ ਲੰਬੀ ਮੀਟਿੰਗ ਲਈ, ਹੂੰ ਔਰ ਇਹਨਾਂ ਦੇ ਆਗੂ ਜਾ ਕੇ ਸਿੱਧੇ ਅੱਖਾਂ ਪਾ ਕੇ ਗੱਲ ਕਰਦੇ ਸੀ, ਪੁੱਛਦੇ ਸੀ ਸਿੱਧਾ ਜਵਾਬ ਦਿਓ, ਹਾਂ ਜਾਂ ਨਾ। ਜੀ ਬਿਲਕੁਲ। ਔਰ ਸਰਕਾਰ ਦੇ ਮੰਤਰੀ ਜਿਹੜੇ ਸੀ ਹੂੰ ਉਹਨੂੰ ਪਸੀਨੇ ਆ ਜਾਂਦੇ ਸੀ, ਹੂੰ ਉਹ ਮੀਟਿੰਗ ਵਿੱਚ ਛੱਡ ਕੇ ਅਲੱਗ ਮੀਟਿੰਗਾਂ ਕਰਦੇ ਸੀ, ਹੂੰ ਔਰ ਉਹਨਾਂ ਦਾ ਸਰਕਾਰ ਦਾ ਬਿਲਕੁਲ ਕਮਜ਼ੋਰ ਪੱਖ ਜਿਹੜਾ ਸੀ ਹੂੰ ਉਹ ਇਸ ਕਰਕੇ ਸਾਹਮਣੇ ਆ ਰਿਹਾ ਸੀ ਕਿ ਅੰਦੋਲਨ ਜਿਹੜਾ ਸੀ ਜੀ ਉਹ ਬਹੁਤ ਹੀ ਜ਼ਿਆਦਾ ਡਿਸਪਲਿਨ ਹੂੰ ਔਰ ਬਹੁਤ ਹੀ ਜ਼ਿਆਦਾ ਪੀਸਫੁਲ ਸੀ। ਜੀ ਜੀ, ਇਹ ਉਸ ਦੀ ਸ਼ਕਤੀ ਸੀ, ਉਹਦਾ ਸ਼ਾਂਤ ਹੋਣਾ ਹੂੰ ਔਰ ਉਹਦਾ ਅਨੁਸ਼ਾਸਨ ਵਿੱਚ ਹੋਣਾ, ਅਨੁਸ਼ਾਸਨ ਜਿਹੜਾ ਇਕਜੁੱਟ ਇਕਜੁੱਟ। ਜੀ। ਔਰ ਸਰਕਾਰ ਨੇ ਸ਼ਾਇਦ ਉਸ ਤੋਂ ਪਹਿਲਾਂ ਕਈ ਹਰਬੇ ਕੀਤੇ ਹੋਣਗੇ, ਹੂੰ ਲੇਕਿਨ ਕਿਸਾਨ ਸੰਗਠਨ ਦੇ ਨੇਤਾ ਜਿਹੜੇ ਸੀ ਹੂੰ ਉਹ ਇਕਜੁੱਟ ਸੇ, ਹੂੰ ਔਰ ਨਾ ਉਹਨਾਂ ਨੇ ਕੋਈ ਐਸੀ ਗਲਤੀ ਕੀਤੀ ਹੂੰ ਜਿਹਦਾ ਸਰਕਾਰ ਕੋਈ ਫਾਇਦਾ ਉਠਾ ਸਕੇ। ਜੀ। ਲੇਕਿਨ ਇੱਕ ਗਲਤੀ ਕਰ ਗਏ। ਹੂੰ ਮੈਂ ਇੱਥੇ ਜੀ ਜੀ, ਥੋੜਾ ਜਿਹਾ ਤੁਹਾਨੂੰ ਪੁਆਇੰਟ ਆਫ ਵਿਊ ਵੱਖਰਾ ਰੱਖਦਾ। ਹੂੰ 26 ਜਨਵਰੀ ਦਾ ਦਿਨ ਉਹਨਾਂ ਨੂੰ ਪਰੇਡ ਵਾਸਤੇ ਨਹੀਂ ਸੀ ਚੁਣਨਾ ਚਾਹੀਦਾ। ਹੂੰ ਇਹ ਸਭ ਤੋਂ ਸੈਂਸਿਟਿਵ ਮਸਲਾ ਸੀ, ਔਰ ਇੱਥੇ ਦੋ ਵਾਰੀ ਹੂੰ ਦੋਹਰੇ ਤੌਰ ਤੇ ਹੂੰ ਇਸ ਕਿਸਾਨ ਜਥੇਬੰਦੀ ਨੂੰ ਭਟਕਾਉਣ ਵਾਲਾ, ਹੂੰ ਭੜਕਾਉਣ ਵਾਲਾ ਹੂੰ ਔਰ ਕਰਾਹੇ ਪਾਉਣ ਵਾਲਾ ਹੂੰ ਯੋਗਿੰਦਰ ਯਾਦਵ ਹੈ। ਜੀ। ਯੋਗਿੰਦਰ ਯਾਦਵ ਇਹੋ ਜਿਹੇ ਜਿਹੜੇ ਆਈਡੀਏ ਹੈ ਨਾ, ਹੂੰ ਇਹ ਕੋ ਬੜੇ ਦਿਮਾਗ 'ਚ ਉਹਦੇ ਚੱਲਦੇ ਰਹਿੰਦੇ ਆ। ਹੂੰ ਆਮ ਆਦਮੀ ਪਾਰਟੀ ਨਾਲ ਜਦੋਂ ਜੁੜਿਆ ਸੀ ਤੇ ਬਹੁਤ ਸਾਰੇ ਐਸੇ ਐਕਟ ਕਰਾਏ ਸੀ ਇਸ ਆਦਮੀ ਨੇ ਜਿਹਨਾਂ ਨਾਲ ਲੋਕੀ ਹੈਰਾਨ ਪਰੇਸ਼ਾਨ ਰਹਿੰਦੇ ਸੀ ਹੂੰ। ਕਿ ਇਹ ਆਈਡੀਆ ਕਿੱਥੋਂ ਆ ਗਿਆ। ਹੂੰ ਲੇਕਿਨ ਜਿੱਦਾਂ ਹੀ ਇਲੈਕਸ਼ਨ ਜਿੱਤਿਆ ਸੀ, ਹੂੰ ਕੇਜਰੀਵਾਲ ਨੂੰ ਇਹਦੀ ਯੋਗਤਾ ਦੀ ਸਮਝ ਆ ਗਈ ਸੀ ਕਿ ਇਹ ਬਹੁਤ ਹੂੰ। ਜ਼ਿਆਦਾ ਯੋਗ ਹੈ, ਹੂੰ। ਇਹ ਇੰਨਾ ਯੋਗ ਆਦਮੀ ਨਹੀਂ ਚਾਹੀਦਾ, ਹੂੰ। ਤੇ ਉਹਨਾਂ ਨੇ ਇਹਨਾਂ ਨੂੰ ਡੈਲੀਗੇਟ ਦੇ ਤੌਰ ਤੇ ਵੀ ਅੰਦਰ ਨਹੀਂ ਵੜਨ ਦਿੱਤਾ ਇਹਨਾਂ ਹੂੰ। ਨੇ ਕਾਰਕੁਨਾਂ ਨੇ, ਜੀ। ਔਰ ਉੱਥੇ ਬਾਹਰ ਬੈਠੇ ਰਹਿੰਦੇ ਰਹੇ ਹੂੰ ਸੀ। ਉਸ ਬੰਦੇ ਨੇ ਹੂੰ 26 ਜਨਵਰੀ ਦਾ ਦਿਨ ਜਿਹੜਾ ਸੀ ਹੂੰ ਉਹ ਕਿਸਾਨ ਦੀ ਪਰੇਡ ਵਾਸਤੇ ਇਹ ਕਹਿ ਕੇ ਪ੍ਰਦਰਸ਼ਿਤ ਕੀਤਾ ਕਿ ਇਦਾਂ ਅਗਰ ਕਰ ਲਈਏ ਤਾਂ ਬਹੁਤ ਦੂਰ ਤੱਕ ਨਾਮ ਹੋ ਜਾਏਗਾ। ਹੂੰ ਔਰ ਤੁਹਾਨੂੰ ਸਾਰੇ ਪੰਜਾਬੀਆਂ ਦਾ ਪਤਾ ਹੈ, ਇਹ ਹੂੰ। ਭਾਵੁਕ ਨੇ ਹੂੰ ਔਰ ਨਵੇਂ ਆਈਡੀਆ ਦਾ ਇਹ ਆਦਰ ਮਾਣ ਵੀ ਕਰਨਾ ਜਾਣਦੇ ਨੇ, ਹੂੰ ਤੇ ਇਹਨਾਂ ਨੂੰ ਇਹ ਮਹਿਸੂਸ ਹੋਇਆ ਕਿ ਹਾਂ ਜੀ। ਇਹ ਬਹੁਤ ਅੱਛਾ ਆਈਡੀਆ ਰਹੇਗਾ। ਹੂੰ। ਇਹਦੇ ਨਾਲ ਪੂਰੇ ਦੇਸ਼ ਦੀ ਜਿਹੜੀ ਪਰੇਡ ਹੋਣੀ ਹੈ ਉਹਦੇ ਪੈਰਲਲ ਸਾਡੀ ਪਰੇਡ ਦੇ ਉੱਪਰ ਵਰਲਡ ਦੀ ਮੀਡੀਆ ਜਿਹੜੀ ਹੈ ਹੂੰ ਉਹਦੀ ਨਜ਼ਰ ਰਹੇਗੀ, ਹੂੰ। ਦੁਨੀਆ ਦੀ ਨਜ਼ਰ ਰਹੇਗੀ, ਕਿਉਂਕਿ ਇੱਕ ਨਵੇਕਲਾ ਕੰਮ ਹੋਏਗਾ, ਹੂੰ ਪਹਿਲੀ ਵਾਰੀ ਹੋਏਗਾ ਜੀ ਜੀ ਇਤਿਹਾਸ ਤੋਂ ਪਹਿਲਾਂ, ਇਤਿਹਾਸ ਵਿੱਚ ਇਸ ਹੋਇਆ ਤੋਂ ਨਹੀਂ। ਪਹਿਲਾਂ ਕਦੀ ਹੋਇਆ ਨਹੀਂ। ਜੀ ਜੀ ਤੇ ਇਸ ਕਰਕੇ ਇਹ ਜਿਹੜਾ ਮਸਲਾ ਹੈ ਇਹ ਆਪਣੇ ਆਪ ਦੇ ਵਿੱਚ ਬਹੁਤ ਜ਼ਿਆਦਾ ਜਿਹੜਾ ਸੀ ਨਾ ਉਹ ਐਕਸਕਲੂਸਿਵ ਕਿਸਮ ਦਾ ਸੀ, ਜੀ ਜੀ ਪਰ ਇਹਦੇ ਖਤਰੇ ਸੀ ਹੂੰ ਔਰ ਬਹੁਤ ਸਾਰੇ ਖਤਰੇ ਸੀ। ਜੀ ਜੀ ਇਹਦਾ ਸਭ ਤੋਂ ਪਹਿਲਾ ਖਤਰਾ ਜਿਹੜਾ ਸੀ ਹੂੰ ਉਹ ਇਹ ਸੀ ਕਿ ਪੈਰਲਲ ਪਰੇਡ ਕਰਨ ਲਈ ਹੂੰ ਸਰਕਾਰ ਮੰਨੇਗੀ ਜਾਂ ਨਹੀਂ ਮੰਨੇਗੀ। ਹੂੰ ਉਸ ਵੇਲੇ ਇਹਨਾਂ ਨੂੰ ਇਹ ਲੱਗਿਆ ਹੂੰ ਕਿ ਅਸੀਂ ਇਹ ਸ਼ਬਦ ਰੱਖਾਂਗੇ ਕਿ ਕੀ ਅਸੀਂ ਇਸ ਦੇਸ਼ ਦੇ ਨਾਗਰਿਕ ਨਹੀਂ, ਹੂੰ। ਕਿ ਕਿਸਾਨ ਜੈ ਜਵਾਨ ਔਰ ਜੈ ਕਿਸਾਨ ਦਾ ਨਾਰਾ ਸਿਰਫ ਫालतू ਗੱਲਾਂ ਕਰਨ ਵਾਸਤੇ ਹੀ ਹਾਂ ਹੈ। ਬਿਲਕੁਲ ਜੀ, ਉਹ ਗੱਲਾਂ ਹੋਈਆਂ ਵੀ ਨੇ। ਠੀਕ ਹੈ ਨਾ? ਹਾਂ ਜੀ। ਔਰ ਉਹਦੇ ਕਰਕੇ ਸਰਕਾਰ ਵੀ ਦਬਾਅ 'ਚ ਆ ਗਈ ਹੂੰ ਔਰ ਉਹਨਾਂ ਨੇ ਅਲਾਓ ਵੀ ਕਰਤਾ ਕਿ ਠੀਕ ਹੈ ਜੀ ਤੁਸੀਂ ਕਰੋ, ਹੂੰ ਪਰ ਭਾਈ ਸੰਭਲ ਕੇ ਕਰੋ। ਹੂੰ ਪੁਲਿਸ ਮਹਿਕਮੇ ਨੇ ਉੱਪਰ ਤੋਂ ਲੈ ਕੇ ਥੱਲੇ ਤੱਕ ਉਹ ਜਿਹੜਾ ਆਫੀਸ਼ੀਅਲ ਸ਼ਰਮਾ ਜੀ ਹੋਇਆ, ਠੀਕ ਹੈ, ਫੈਸਲਾ ਹੋ ਗਿਆ, ਦੋਨੇ ਚੀਜ਼ਾਂ ਹੋ ਗਈਆਂ, ਪਰ ਉਹਦੇ ਵਿੱਚ ਤੁਹਾਨੂੰ ਕੀ ਲੱਗਦਾ ਕਿ ਜਿਹੜੀ ਕਿਸਾਨਾਂ ਦੀ ਲੀਡਰਸ਼ਿਪ ਸੀ ਹਾਂ ਉਹ ਕਿਹੜਾ ਕੰਮ ਕਰਨਾ ਚਾਹੀਦਾ ਸੀ ਜਿਹੜਾ ਉੱਥੇ ਉਸ ਮੌਕੇ ਤੇ ਉਹ ਨਹੀਂ ਕਰ ਸਕੇ? ਪਹਿਲੀ ਵਿਚਾਰ ਗੱਲ ਹੈ। ਪਹਿਲੀ ਗੱਲ ਹੂੰ ਪਹਿਲੀ ਗੱਲ ਤਾਂ 26 ਜਨਵਰੀ ਨਹੀਂ ਹੀ ਰੱਖਣੀ ਚਾਹੀਦੀ, ਇਹ ਜੀ। ਸੈਂਸਿਟਿਵ ਡੇ ਸੀਗਾ। ਜੀ। ਜੇ ਅਗਰ ਰੱਖ ਲਈ ਸੀ ਹਾਂ। ਤੇ ਉਹਦੇ ਲਈ ਜਿਸ ਤਰੀਕੇ ਨਾਲ ਇਹਨਾਂ ਨੇ ਆਪਣੇ ਆਪ ਨੂੰ ਪੇਸ਼ ਕੀਤਾ, ਹੂੰ ਉਹ ਤੋਂ ਇਹ ਮੈਸੇਜ ਸੀ ਸਾਰੇ ਦੁਨੀਆ ਨੂੰ, ਮੀਡੀਆ ਨੂੰ, ਸਰਕਾਰ ਨੂੰ, ਜੀ ਕਿ ਇਹ ਜਿਹੜੇ 37 ਬੰਦੇ ਆ ਇਹਨਾਂ ਦਾ ਪੂਰਾ ਕੰਟਰੋਲ ਹੈ, ਜੀ ਇਹਨਾਂ ਦੇ ਬਿਨਾ ਪੱਤਾ ਨਹੀਂ ਹਿੱਲਣਾ, ਹੂੰ ਔਰ ਜੋ ਇਹ ਚਾਹੁੰਦੇ ਆ ਉਹੀ ਹੋਏਗਾ। ਇਸ ਲਈ ਜੀ। ਬਾਰ-ਬਾਰ ਮੀਟਿੰਗ ਕਰਕੇ ਇਹਨਾਂ ਦਾ ਰੂਟ ਤੈਅ ਕੀਤੇ ਗਏ, ਹੂੰ। ਕਿੱਥੋਂ ਚੱਲਣਾ, ਕਿੰਨੇ ਵਜੇ ਚੱਲਣਾ, ਕਿੱਥੇ ਰੁਕਣਾ, ਹੂੰ। ਕੀ ਕਰਨਾ, ਇਹ ਸਾਰਾ ਕੁਝ ਤੈਅ ਹੋ ਰਿਹਾ ਸੀ। ਹੂੰ ਔਰ ਉਸ ਤੋਂ ਬਾਅਦ ਯੋਗਿੰਦਰ ਯਾਦਵ ਨੇ ਇੱਕ ਨਵੀਂ ਗੱਲ ਰੱਖੀ ਕਿ ਅਸੀਂ ਸਰਕਾਰ ਕੋਲੋਂ ਰਿਟਨ ਪਰਮਿਸ਼ਨ ਲੈ ਕੇ ਹੀ ਕੱਢਾਂਗੇ, ਹੂੰ। ਕਿਉਂਕਿ ਕੱਲ ਨੂੰ ਕੋਈ ਨਾ ਕੋਈ ਘਟਨਾ ਹੋਈ ਤੇ ਸਾਡੇ ਤੇ ਦੋਸ਼ ਦਿੱਤਾ ਜਾਏਗਾ। ਹੂੰ। ਔਰ ਉਸ ਚੱਕਰ ਦੇ ਵਿੱਚ 37 ਦੇ 37 ਲੀਡਰਾਂ ਦੇ ਸਾਈਨ ਕਰਵਾ ਕੇ ਸਰਕਾਰ ਨੂੰ ਦੇ ਦਿੱਤੇ ਗਏ, ਹੂੰ ਔਰ ਉਹ ਸਰਕਾਰ ਦੇ ਕੋਲ ਇੱਕ ਡਾਕੂਮੈਂਟ ਆ ਗਿਆ ਹੂੰ ਵੀ ਇਹ 37 ਬੰਦੇ ਜਿਹੜੇ ਆ ਇਹੀ ਲੀਡ ਕਰਦੇ ਜੀ। ਆ ਅੰਦੋਲਨ ਦਾ, ਮਤਲਬ ਇਹ 37 ਲੀਡਰ। ਹੂੰ
ਅੰਦੋਲਨ ਦੇ ਵਿੱਚ ਅਗਰ ਕੋਈ ਚਿੜੀ ਵੀ ਫੜਕੇਗੀ ਤੇ ਇਹਨਾਂ ਦੀ ਮਰਜ਼ੀ ਨਾਲ ਫੜਕੇਗੀ, ਔਰ ਅਗਰ ਕੋਈ ਜ਼ਿੰਮੇਵਾਰੀ ਵਾਲੀ ਗੱਲ ਹੋਏਗੀ ਤਾਂ ਵੀ ਇਹਨਾਂ ਦੀ ਹੋਏਗੀ। ਪਰ ਮੈਨੂੰ ਲੱਗਦਾ ਕਿ ਇਸ ਗੱਲ ਨੂੰ ਸ਼ਾਇਦ ਕਿਸਾਨ ਲੀਡਰ ਪਹਿਲਾਂ ਮਹਿਸੂਸ ਨਹੀਂ ਕਰ ਪਾਏ, ਜਾਂ ਉਹਨਾਂ ਨੇ ਕੀਤਾ ਵੀ ਤੇ ਗੇਮ ਉਹਨਾਂ ਦੇ ਹੱਥੋਂ ਨਿਕਲ ਚੁੱਕੀ ਸੀ, ਔਰ ਉਹਨਾਂ ਨੇ ਉਹ ਜਿਹੜੀ ਉਹੀ ਫਿਰ ਗੱਲ ਹੈ ਕਿ ਕਬੂਲ ਨਹੀਂ ਕਰ ਪਾਏ, ਔਰ ਸਰਕਾਰ ਨੂੰ ਜ਼ਿਆਦਾ ਕਹਿੰਦੇ ਕਿ ਜੀ ਆਹ ਜਿਹੜੇ ਫਲਾਣੇ ਬੰਦੇ ਆ ਇਹ ਸਾਡੇ ਕੰਟਰੋਲ 'ਚ ਨਹੀਂ ਗਏ, ਇਹਨਾਂ ਲੋਕਾਂ ਦੇ ਉੱਤੇ ਤੁਸੀਂ ਨਜ਼ਰ ਰੱਖੋ, ਇਹਨਾਂ ਤੇ ਤੁਸੀਂ ਕਾਰਵਾਈ ਕਰੋ। ਰਾਜੇਵਾਲ ਜੀ ਨੇ 6 ਦਿਨ ਪਹਿਲਾਂ ਕਬੂਲ ਕਰ ਲਿਆ ਸੀ ਜੀ ਕਿ ਸਭ ਅੱਛਾ ਨਹੀਂ ਹੈ। ਜੋ ਲੋਕ ਇੱਥੇ ਮੈਂ ਚਿਹਰੇ ਦੇਖ ਰਿਹਾ ਉਹ ਸਾਰੇ ਉਸ ਸੋਚਦੇ ਨਹੀਂ ਹੈ ਜੋ ਸਾਡੀ ਸੋਚ ਹੈ। ਔਰ ਉਹਨਾਂ ਨੇ ਇੱਕ ਬੜੀ ਵਧੀਆ ਗੱਲ ਕਹੀ ਸੀ, ਉਹਨੇ ਕਿਹਾ ਸੀ ਅਗਰ ਕਿਸੇ ਕਿਸਮ ਦਾ ਕੋਈ ਅੰਦੋਲਨ ਹੋਰ ਇਸ ਅਰਥ ਚਲਾਉਣ ਦੀ ਕੋਸ਼ਿਸ਼ ਕੀਤੀ ਜਾ ਰਹੀ ਹੈ ਤੇ ਮੈਂ ਉਹਨਾਂ ਨੂੰ ਕਹਿ ਦਿੰਦਾ ਕਿ ਚੁੱਪ ਕਰਕੇ ਆਪਣੀ ਜ਼ਮੀਨ ਅਲੱਗ ਤਲਾਸ਼ ਕਰੋ, ਇਹ ਸਾਡੀ ਜ਼ਮੀਨ ਤੇ ਨਾ ਖੇਡੋ। ਇਹ ਕਿਸਾਨ ਦਾ ਅੰਦੋਲਨ ਹੈ। ਉਹਨਾਂ ਨੇ ਮੁੰਡਿਆਂ ਨੂੰ ਪੰਜਾਬ ਦੇ ਵਿੱਚ ਇੱਕ ਮੈਸੇਜ ਦਿੱਤਾ ਜੀ ਕਿ ਕੋਈ ਜੁਗਾੜ ਨਾ ਬਣਾਓ, ਕੋਈ ਚੀਜ਼ ਨਾ ਕਰੋ, ਇਦਾਂ ਦੀ ਕੋਈ ਭੜਕਾਊ ਗੱਲ ਨਾ ਕਰੋ ਜੀ, ਕੋਈ ਹਮਲਾ ਕਰਨ ਵਾਸਤੇ ਨਹੀਂ ਆ ਰਹੇ। ਅਸੀਂ ਦੇਸ਼ ਦੇ ਨਾਗਰਿਕਾਂ ਨੂੰ ਆਪਣਾ ਰੋਸ ਦੱਸਣ ਵਾਸਤੇ ਸਰਕਾਰ ਨੂੰ ਉਤਰਾਂਗੇ। ਉਹਦਾ ਕੀ ਅਸਰ ਹੋਇਆ? ਕੋਈ ਅਸਰ ਨਹੀਂ ਹੋਇਆ। ਮੈਨੂੰ ਲੱਗਦਾ ਕਿ ਜਿਹੜੇ ਕਾਰਵਾਈ ਪਾਉਣਾ ਚਾਹੁੰਦੇ ਸੀ ਸਗੋਂ ਇਸ ਗੱਲੋਂ ਸੁਚੇਤ ਹੋ ਗਏ, ਉਹਨਾਂ ਨੇ ਆਪਣੀਆਂ ਗੁਪਤ ਕਮੇਟੀਆਂ ਕੀਤੀਆਂ। ਔਰ ਦੇਖੋ ਜਿਹੜੀ 26 ਤਰੀਕ ਨੂੰ ਇਹ ਘਟਨਾ ਵਾਪਰਨ ਤੋਂ ਬਾਅਦ ਰਾਜੇਵਾਲ ਸਾਹਿਬ ਨੇ ਕਿਹਾ ਕਿ ਜੀ ਪੰਧੇਰ ਜ਼ਿੰਮੇਦਾਰ ਹੈ, ਪੰਨੂ ਜ਼ਿੰਮੇਦਾਰ ਹੈ, ਸਿੱਧੂ ਜ਼ਿੰਮੇਦਾਰ ਹੈ, ਹੋਰ ਵੀ ਜਿਹਦਾ ਵੀ ਨਾਂ ਲਿਆ ਹੋਵੇ। ਪਰ ਸਵਾਲ ਇਹ ਹੈ ਕਿ ਇਹ ਨਾਂ ਜਿਹੜੇ ਸੀ ਇਹ ਤਾਂ ਉਹਨਾਂ ਨੂੰ ਪਹਿਲਾਂ ਪਤਾ ਹੀ ਸੀ, ਤੇ ਇਹ ਜਦੋਂ ਪੁਲਿਸ ਆਫੀਸ਼ੀਅਲਸ ਨਾਲ ਮੀਟਿੰਗ ਚੱਲ ਰਹੀ ਸੀ ਤੇ ਉਹਨਾਂ ਨੂੰ ਕਿਉਂ ਨਹੀਂ ਦੱਸਿਆ ਕਿ ਇਹ ਨਾਂ ਵੀ ਹੈਗੇ ਜੀ, ਇਹਨਾਂ ਦਾ ਵੀ ਧਿਆਨ ਰੱਖੋ। ਜਾਂ ਇਹ ਹੋ ਸਕਦਾ ਵੀ 37 ਨੇ ਸਾਈਨ ਕੀਤੇ ਸੀ, ਉਹਨਾਂ ਦੇ ਵੀ ਸਾਈਨ ਕਰਾਉਂਦੇ ਜਿਨ੍ਹਾਂ ਤੇ ਸ਼ੱਕ ਸੀ, ਇਹਨਾਂ ਨੂੰ ਵੀ ਸ਼ਰਾਰਤ ਕਰ ਸਕਦੇ ਆ। ਉਸ ਤੋਂ ਨਾਲ ਦੀ ਗੱਲ, ਕਿਆ ਇਹ ਜਾ ਰਿਹਾ ਹੈ ਕਿ ਰਾਤ 10 ਵਜੇ ਤੋਂ ਬਾਅਦ 25 ਤਰੀਕ ਨੂੰ ਉੱਥੇ ਮਾਈਕ ਖੋ ਕੇ ਤੇ ਸਟੇਜ ਤੇ ਕਬਜ਼ਾ ਕਰ ਲਿਆ ਗਿਆ ਸੀ ਕਿ ਉਸ ਵੇਲੇ ਐਸਾ ਹਾਲਾਤ ਦੇਖਦੇ ਹੋਏ ਕਿ ਆਖਰੀ ਮੌਕੇ ਦੇ ਉੱਪਰ ਸਾਡੇ ਇੱਥੋਂ ਗੇਮ ਖੋਲ ਲਈ ਗਈ ਹੈ ਔਰ ਬਹੁਤ ਬੱਚਿਆਂ ਨੂੰ ਭੜਕਾਇਆ ਜਾ ਰਿਹਾ ਹੈ, ਉਹ ਮੌਕਾ ਸੀ ਜਿਹੜਾ ਵੱਡਾ ਫੈਸਲਾ ਲੈਂਦਾ ਸੀ ਕਿ ਉਸੇ ਵੇਲੇ ਅਨਾਉਂਸ ਕਰ ਦਿੱਤਾ ਜਾਂਦਾ ਕਿ ਇਹ ਸਵੇਰ ਤੋਂ ਮਾਰਚ ਨਹੀਂ ਨਿਕਲੇਗਾ। ਸਰਕਾਰ ਨੂੰ ਸਾਫ਼ ਕਹਿਤਾ ਜਾਂਦਾ ਕਿ ਜੀ ਸਾਡਾ ਇੱਥੇ ਕੰਟਰੋਲ ਨਹੀਂ ਰਿਹਾ, ਸਾਨੂੰ ਮਾਫ ਕਰੋ। ਘੱਟੋ ਘੱਟ ਇਹੋ ਜਿਹੇ ਹਾਲਾਤ ਨਾ ਪੈਦਾ ਹੁੰਦੇ ਜਿਹਦੇ ਨਾਲ ਅੱਜ ਪੰਜਾਬ ਸਿੱਖੀ ਔਰ ਹੋਰ ਕਈ ਸੈਗਮੈਂਟ ਜਿਹੜੇ ਆ ਉਹਨਾਂ ਨੂੰ ਜਵਾਬ ਦੇਣਾ ਔਖਾ ਹੋ ਗਿਆ। ਜੀ ਇਹੀ ਗੱਲ ਹੈ ਕਿ ਕਿਸਾਨਾਂ ਦੇ ਜਿਹੜੇ ਸਾਡੇ ਲੀਡਰਸ਼ਿਪ ਆ ਉਹ ਕਿਤੇ ਨਾ ਕਿਤੇ ਇੱਥੇ ਡਬਲ ਮਾਈਂਡਡ। ਔਰ ਹੁਣ ਇਸ ਵੇਲੇ ਜੋ ਸਥਿਤੀ ਤੁਸੀਂ ਆਪਾਂ ਗੱਲ ਕਰਦੇ ਪਏ ਨਾ, ਅੱਜ ਸਥਿਤੀ ਇਹ ਹੈ ਕਿ ਅੱਜ ਜਦੋਂ ਕਿਤੇ ਸਰਕਾਰ ਨਾਲ ਗੱਲਬਾਤ ਕਰਨ ਜਾਣਗੇ ਨਾ ਤੇ ਇਹ ਉਸ ਤੜੀ ਨਾਲ ਗੱਲ ਨਹੀਂ ਕਰ ਸਕਣਗੇ, ਉਸ ਕੌਨਫੀਡੈਂਸ ਨਾਲ ਗੱਲ ਨਹੀਂ ਕਰ ਸਕਣਗੇ। ਔਰ ਇਹਨਾਂ ਨੂੰ ਪੁੱਛਣ ਵਾਲੇ ਪੁੱਛਣਗੇ ਕਿ ਜੇ ਤੁਹਾਡੇ ਹੱਥ ਵੱਸ ਸਾਰਾ ਕੁਝ ਨਹੀਂ ਸੀ ਤੇ ਤੁਸੀਂ ਆਪਣੇ ਆਪ ਨੂੰ ਕਿਉਂ ਇੱਕੋ ਮਾਤਰ ਲੀਡਰ ਦੱਸਿਆ ਕਿ ਅਸੀਂ ਇਹੀ ਬੰਦੇ ਜਿਹੜੇ ਆ ਉਹ ਸਾਰੇ ਕਮਾਨ ਦੇ ਜ਼ਿੰਮੇਦਾਰ ਆ। ਜੇ ਤੁਸੀਂ ਜ਼ਿੰਮੇਵਾਰੀ ਲਈ ਸੀ, ਜੇ ਤੁਸੀਂ ਆਪ ਲਿਖ ਕੇ ਦਿੱਤਾ ਸੀ, ਫਿਰ ਜ਼ਿੰਮੇਵਾਰੀ ਤੁਹਾਡੀ ਹੈ, ਭਾਵੇਂ ਕਿਸੇ ਨੇ ਕੀਤਾ ਸੱਜੇ ਹੋਇਆ ਖੱਬੇ ਹੋਇਆ, ਇੱਥੋਂ ਨਿਕਲਿਆ ਹਰ ਬੰਦਾ ਜਿਹੜਾ ਹੈ ਉਹ ਅਸੀਂ ਤੁਹਾਡੀ ਕਮਾਂਡ 'ਚ ਮੰਨ ਕੇ ਚੱਲਦੇ। ਅੱਛਾ, ਹੁਣ ਸੋਸ਼ਲ ਮੀਡੀਆ 'ਤੇ ਦੋ ਚੀਜ਼ਾਂ ਆ ਗਈਆਂ। ਇੱਕ ਤਾਂ ਉਸ ਦਿਨ ਦੇ ਘਟਨਾ ਚੱਕਰ ਲਈ ਅਸੀਂ ਜਿਵੇਂ ਅਕਸਰ ਸਾਡਾ ਹੁੰਦਾ ਹੀ ਹੈ ਕਿ ਅਸੀਂ ਵਿਰੋਧੀ ਧਿਰ 'ਤੇ ਲਾਣਾ ਹੁੰਦਾ ਇਲਜ਼ਾਮ, ਔਰ ਸੰਘਰਸ਼ਸ਼ੀਲ ਜਥੇਬੰਦੀਆਂ ਨੇ ਉਹ ਸਰਕਾਰ 'ਤੇ ਇਲਜ਼ਾਮ ਲਗਾਉਂਦੀਆਂ ਕਿ ਸਰਕਾਰ ਨੇ ਖੁੱਲ੍ਹੀ ਛੂਟ ਦਿੱਤੀ, ਸਰਕਾਰ ਨੇ ਲਾਲ ਕਿਲ੍ਹਾ ਖੁੱਲ੍ਹਾ ਛੱਡਿਆ, ਸਰਕਾਰ ਨੇ ਰਸਤੇ ਖੁੱਲ੍ਹੇ ਛੱਡੇ, ਸਰਕਾਰ ਨੇ ਭੜਕਾਇਆ, ਸਰਕਾਰ ਨੇ ਉੱਥੇ ਜਾਣ ਦਾ ਉਹਨਾਂ ਨੂੰ ਮੌਕਾ ਦਿੱਤਾ, ਪੁਲਿਸ ਨੇ ਉਹਨਾਂ ਨੂੰ ਰੋਕਿਆ ਨਹੀਂ, ਪੁਲਿਸ ਨੇ ਉਹਨਾਂ ਨਾਲ ਗੋਲੀ ਨਹੀਂ ਚਲਾਈ, ਪੁਲਿਸ ਨੇ ਕਿਉਂ ਨਹੀਂ ਗੋਲੀ ਚਲਾਈ? ਇਹ ਸਵਾਲ ਖੜੇ ਕੀਤੇ ਜਾ ਰਹੇ। ਤੁਸੀਂ ਇਹਨੂੰ ਕਿਵੇਂ ਇਸ ਸੰਬੰਧ ਨਿਊਜ਼ 18 ਪੰਜਾਬ ਹਰਿਆਣਾ ਹਿਮਾਚਲ ਇਹਦਾ ਚੈਨਲ ਜਿਹੜਾ ਉਹਦੀ ਰਿਪੋਰਟ ਮੈਂ ਕੱਲ ਰਾਤ ਦੇਖੀ ਹੈ 28 ਦੀ ਰਾਤ। ਕਿਉਂਕਿ ਮੌਕੇ ਤੇ ਜਿਹੜੀ ਲਾਈਵ ਰਿਪੋਰਟਿੰਗ ਹੁੰਦੀ ਹੈ ਉਹਦੇ ਨਾਲ ਕਈ ਜਗ੍ਹਾ 20 ਕੈਮਰੇ ਅਲੱਗ ਤੋਂ ਕੰਮ ਕਰ ਰਹੇ ਹੁੰਦੇ ਆ, ਲੇਕਿਨ ਲਾਈਵ ਤਾਂ ਇੱਕੋ ਹੀ ਚੀਜ਼ ਨਜ਼ਰ ਆਏਗੀ, ਬਾਕੀ ਚੀਜ਼ਾਂ ਫਿਰ ਬਾਅਦ ਚ ਹੌਲੀ ਹੌਲੀ ਬਾਹਰ ਆਉਂਦੀਆਂ। ਇੱਕ ਤਾਂ ਗੱਲ ਇਹ ਹੈ ਕਿ ਲਾਲ ਕਿਲ੍ਹਾ ਦਾ ਜਿਹੜਾ ਦਰਵਾਜ਼ਾ ਹੈ ਉਹ ਖੁੱਲਾ ਨਹੀਂ ਸੀ, ਤੋੜਿਆ ਗਿਆ ਸੀ। ਬੰਦ ਦਰਵਾਜ਼ਾ ਹੈ, ਉੱਤੇ ਬੱਚੇ ਚੜ ਗਏ ਆ, ਉੱਤੇ ਭੜਕ ਕੇ ਬੰਦੇ ਚੜੇ ਹੋਏ ਆ, ਔਰ ਉੱਪਰਲੇ ਪਾਸੋਂ ਜਿਹੜਾ ਮਾੜਾ ਜਿਹਾ ਗੈਪ ਸੀਗਾ ਉੱਥੋਂ ਥੱਲੇ ਉਤਰ ਕੇ ਅੰਦਰੋਂ ਦਰਵਾਜ਼ਾ ਖੋਲਿਆ ਗਿਆ। ਇੱਕ ਤਾਂ ਇਹ ਗੱਲ। ਦੂਜੀ ਗੱਲ ਕਿ ਪੁਲਿਸ ਜਿਹੜੀ ਸੀ, ਪੁਲਿਸ ਨੇ ਉੱਥੇ ਅੱਤ ਦਰਜੇ ਦੀ ਸ਼ਾਂਤੀ ਦਿਖਾਈ ਹੈ, ਅੱਤ ਦਰਜੇ ਦਾ ਧੈर्य ਦਿਖਾਇਆ। 20 ਫੁੱਟ ਗਹਿਰੀ ਖਾਈ ਹੈ, ਉਹ 'ਚ ਫੜ ਕੇ ਸਿੱਟੇ ਗਏ, ਉਹ 'ਚ ਬੰਦਾ ਨਹੀਂ ਦੇਖਿਆ ਗਿਆ, ਜਨਾਨੀ ਨਹੀਂ ਦੇਖੀ ਗਈ। ਉਪਦਰਵੀਆਂ ਨੇ, ਮੈਂ ਇਹ ਸ਼ਬਦਾਂ ਨਾਲ ਇਸਤੇਮਾਲ ਕਰਾਂਗਾ, ਮੈਂ ਉਹਨਾਂ ਨੂੰ ਕਿਸਾਨ ਨਹੀਂ ਕਹਿ ਸਕਦਾ, ਸ਼ਰਾਰਤੀ, ਸੌਰੀ, ਮੈਂ ਉਹਨਾਂ ਨੂੰ ਕਿਸਾਨ ਨਹੀਂ ਮੰਨ ਸਕਦਾ ਜਿਨ੍ਹਾਂ ਨੇ ਹਰਕਤ ਕੀਤੀ, ਸ਼ਰਾਰਤੀ ਅਨਸਰ ਹੈ। ਔਰ ਉਹਨਾਂ ਨੇ ਪੁਲਿਸ ਮੁਲਾਜ਼ਮ 40 ਦੇ ਕਰੀਬ ਤੋਂ ਉਹਦੇ ਥੱਲੇ ਡਿੱਗ ਕੇ 20 ਫੁੱਟ ਗਹਿਰੇ ਖੱਡੇ 'ਚ ਡਿੱਗ ਕੇ ਉਹ ਜ਼ਖਮੀ ਹੋਏ। ਜੇ ਸੋਚੋ 10,000 12,000 ਬੰਦੇ ਦੀ ਭੀੜ ਸੀ, ਜਿੱਥੇ ਗੋਲੀ ਚੱਲ ਜਾਂਦੀ ਕੀ ਹੁੰਦਾ? ਮੈਂ ਸਮਝਦਾ ਇੱਕ ਗੋਲੀ ਅਗਰ ਹਵਾ 'ਚ ਚੱਲਦੀ ਉਹਦੀ ਭਗਦੜ ਦੇ ਨਾਲ ਹੀ 100 ਬੰਦਾ 200 ਬੰਦਾ 400 ਬੰਦਾ ਆਰਾਮ ਨਾਲ ਮਰ ਜਾਣਾ ਸੀ। ਔਰ ਜੇ ਕਿਤੇ ਉੱਪਰ ਕ੍ਰਾਸ ਫਾਇਰਿੰਗ ਹੋ ਜਾਂਦੀ ਆ, ਗੋਲੀ ਬੰਦਿਆਂ ਦੇ ਉੱਪਰ ਚੱਲਣੀ ਸ਼ੁਰੂ ਹੋ ਜਾਂਦੀ, ਤਾਂ ਉੱਥੇ ਤੇ 7-10
ਬੰਦੇ ਲਾਸ਼ਾਂ ਦੇ ਢੇਰ ਗਿਣਨੇ, ਲਾਸ਼ਾਂ ਗਿਣਨੀਆਂ ਔਖੀਆਂ ਹੋ ਜਾਣੀਆਂ ਸੀ। ਉੱਥੇ ਤੁਸੀਂ ਮੁਸ਼ਕਿਲ ਉੱਥੇ ਇਹ ਹੋਣਾ ਸੀ ਕਿ ਜਲਿਆਂਵਾਲਾ ਬਾਗ ਦਾ ਜਿਹੜਾ 1919 ਚ ਸਾਕਾ ਹੋਇਆ ਸੀ, ਉਹ 2021 ਦੇ ਵਿੱਚ ਆ ਕੇ 102 ਸਾਲ ਬਾਅਦ ਉਹਨੂੰ ਵਾਸ਼ ਆਊਟ ਕਰਤਾ, ਤੇ ਮੋਦੀ ਸਭ ਤੋਂ ਵੱਡਾ ਹਿਟਲਰ ਸਾਬਤ ਹੋਣਾ ਸੀ। ਔਰ ਇੰਨੀਆਂ ਲਾਸ਼ਾਂ ਜਿਹੜੀਆਂ ਸੀ ਉਹਦਾ ਜਵਾਬ ਨਾ ਕਿਸਾਨ ਜਥੇਬੰਦੀਆਂ ਦੇ ਪਾਉਂਦੀਆਂ ਤੇ ਨਾ ਹੀ ਸਰਕਾਰ ਕੋਲ ਸੀਗਾ। ਉਸ ਮੌਕੇ ਤੇ ਦਿੱਲੀ ਪੁਲਿਸ ਦਾ ਜਿਹੜਾ ਸੰਯਮ ਭਰਿਆ ਰਵੱਈਆ ਵਾ ਉਹਨੂੰ ਸਲਾਮ ਕਰਨਾ ਚਾਹੀਦਾ। ਪਰ ਹੁਣ ਜਿਹੜੇ ਹਾਲਾਤ ਸ਼ਰਮਾ ਜੀ ਉਹ ਥੋੜੇ ਹੋਰ ਕਰਵਟ ਲੈ ਗਏ ਨੇ। ਪਹਿਲਾਂ ਸੀ ਕਿਸਾਨ ਵਰਸਸ ਮੋਦੀ ਸਰਕਾਰ, ਹੁਣ ਇੱਕ ਧਿਰ ਵਿੱਚ ਹੋਰ ਆ ਗਈ ਹੈ 26 ਤਰੀਕ ਤੋਂ ਬਾਅਦ, ਉਹ ਹੈ ਆਮ ਜਨਤਾ। ਜਿਹੜੇ ਉੱਥੇ ਆਲੇ ਦੁਆਲੇ ਦੇ ਪਿੰਡ ਸੀਗੇ, ਸੈਂਕੜੇ ਪਿੰਡਾਂ ਦੇ ਵਾਸੀ ਸੀ, ਉਹ ਕਿਤੇ ਨਾ ਕਿਤੇ ਕਿਸਾਨਾਂ ਦੀ ਜਿਹੜੀਆਂ ਮੰਗਾਂ ਆ ਉਹਨਾਂ ਦੇ ਹੱਕ ਵਿੱਚ ਸੀ ਔਰ ਪੂਰੀ ਤਰ੍ਹਾਂ ਸਰਕਾਰ ਦੇ ਖਿਲਾਫ ਸੀ, ਪੂਰਾ ਸਹਿਯੋਗ ਕਰ ਰਹੇ ਸੀਗੇ। ਉਹਨਾਂ ਨੂੰ ਲੱਗਦਾ ਸੀਗਾ ਕਿ ਇਹਨਾਂ ਦੀਆਂ ਮੰਗਾਂ ਬਿਲਕੁਲ ਜਾਇਜ਼ ਨੇ। ਪਰ ਇਹ ਗਲਤੀ ਚਾਹੇ ਕਿਸੇ ਢਿੱਲ ਕਾਰਨ ਹੋਈ ਆ, ਉਸ ਤਰੀਕ ਤੋਂ ਬਾਅਦ 26 ਤੋਂ ਬਾਅਦ ਹਾਲਾਤ ਇਹ ਕਰਵਟ ਲੈ ਗਏ ਨੇ ਕਿ ਜਿੱਥੇ ਗਾਜੀਪੁਰ ਬਾਰਡਰ ਤੇ ਲੋਕ ਇਕੱਠੇ ਹੋਏ ਆ, ਉੱਥੇ ਹੀ ਸਿੰਘੂ ਬਾਰਡਰ ਦੇ ਉੱਤੇ ਵੀ ਲੋਕ ਇਕੱਠੇ ਹੋਏ। ਔਰ ਅੱਜ ਦੀ ਤਾਜ਼ਾ ਘਟਨਾ ਜਿਹੜੀ ਹੈ ਉਹ ਇਹ ਹੈ ਕਿ ਉੱਥੇ ਦੋਨੇ ਧਿਰਾਂ ਜਿਹੜੀਆਂ ਆਪਸ ਵਿੱਚ ਜਿਹੜੀਆਂ ਉਹ ਆਮੋ ਸਾਹਮਣੇ ਹੋ ਗਈਆਂ ਸੀ। ਔਰ ਉੱਥੇ ਛਡਾਉਂਦੇ ਕਰਦੇ ਆ, ਉੱਥੇ ਇੱਕ ਜਿਹੜਾ ਪੁਲਿਸ ਮੁਖੀ SHO ਸੀ ਉਹਦੇ ਵੀ ਜਿਹੜੀ ਸੱਟ ਫੇਟ ਵੀ ਲੱਗ ਗਈ ਆ। ਔਰ ਮੈਨੂੰ ਲੱਗਦਾ ਕਿ ਇਹ ਜਿਹੜਾ ਜਨਤਾ ਦਾ ਹੁਣ ਜਿਹੜਾ ਉਭਾਰ ਹੈ, ਕਿਉਂਕਿ ਹੁਣ ਜਨਤਾ ਜਿਹੜੀ ਹੈ ਕਿਸੇ ਨਾ ਕਿਸੇ ਤਰੀਕੇ ਨਾਲ ਕਾਫੀ ਹੱਦ ਤੱਕ ਹੁਣ ਸਰਕਾਰ ਦੇ ਪੱਖ 'ਚ ਜਿਹੜੀ ਹੈ ਭੁਗਤੀ ਨਜ਼ਰ ਆ ਰਹੀ। ਔਰ ਜਿਹੜੇ ਸਾਡੇ ਲੀਡਰ ਨੇ ਉਹਨਾਂ ਦਾ ਬਿਆਨ ਇਹ ਹੈ, ਉਹ ਸਿੱਧਾ ਜਿਹੜਾ ਟਾਰਗੇਟ, ਜਿਵੇਂ ਕਿ ਪਹਿਲਾਂ ਉਹਨਾਂ ਦਾ ਸੁਭਾਅ ਆ, ਉਹ ਕਹਿੰਦੇ ਜੀ BJP ਵਾਲੇ ਕਰਵਾ ਰਹੇ, ਇਹ RSS ਕਰਵਾ ਰਹੀ ਹੈ। ਤੁਹਾਨੂੰ ਕੀ ਲੱਗਦਾ ਕਿ ਉਹਨਾਂ ਦਾ ਇੰਨਾ ਬਿਆਨ ਦੇਣਾ ਕਾਫੀ ਹੈ ਜਾਂ ਇਹਦਾ ਕਦੇ ਉਲਟਾ ਅਸਰ ਤਾਂ ਨਹੀਂ ਹੋਊਗਾ? ਦੇਖੋ ਗੱਲ ਇਹ ਹੈ ਕਿ ਅਸੀਂ ਤਰਕ ਵਿਤਰਕ ਦੀ ਗੱਲ ਜਿਹੜੀ ਕਰਦੇ ਹਾਂ ਨਾ, ਉਹ ਬਹੁਤ ਘੱਟ ਲੋਕ ਹੈ ਜਿਹੜੇ ਤਰਕ ਵਿਤਰਕ ਦੀ ਭਾਸ਼ਾ ਜਾਣਦੇ ਆ। ਉਹ ਤਾਂ ਸਿੱਧਾ TV ਤੇ ਜੋ ਨਜ਼ਰ ਆਉਂਦਾ ਉਹਨੂੰ ਸੱਚ ਸਮਝਦੇ ਆ। ਔਰ ਸੱਚ ਤਾਂ ਇਹ ਹੈ ਕਿ ਉਸ ਦਿਨ ਤਿਰੰਗੇ ਦੀ ਬੇਅਦਬੀ ਹੋਈ ਹੈ, ਔਰ ਤਿਰੰਗੇ ਦੀ ਬੇਅਦਬੀ ਵੀ ਹੋਈ ਹੈ। ਮੈਂ ਕਹਿੰਦਾ ਨਿਸ਼ਾਨ ਸਾਹਿਬ ਦੀ ਵੀ ਬੇਅਦਬੀ ਹੋਈ ਹੈ ਜੀ, ਕਿਉਂਕਿ ਨਿਸ਼ਾਨ ਸਾਹਿਬ ਨੂੰ ਵਿਵਾਦ ਦੇ ਵਿੱਚ ਖੜਾ ਕਰ ਦਿੱਤਾ ਗਿਆ। ਨਿਸ਼ਾਨ ਸਾਹਿਬ ਲਗਾਉਣ ਦੀ ਕਿਸੇ ਦੀ ਕੋਈ ਯੋਜਨਾ ਨਹੀਂ ਸੀ, ਨਾ ਹੀ ਕੋਈ ਆਈਡੀਆ ਸੀ, ਨਾ ਹੀ ਕਿਸੇ ਦੇ ਦਿਮਾਗ 'ਚ ਗੱਲ ਸੀ ਕਿ ਨਿਸ਼ਾਨ ਸਾਹਿਬ ਨੂੰ ਉੱਥੇ ਲਗਾਇਆ ਜਾਏਗਾ। ਪਰ ਇਹ ਖਾਲਿਸਤਾਨੀਆਂ ਦੇ ਤਾਂ ਸੀਗਾ ਜੀ, ਉਹਨਾਂ ਨੇ ਤਾਂ ਕਿਹਾ ਸੀ ਵੀ ਤੁਸੀਂ ਜਾ ਕੇ ਉੱਥੇ ਝੰਡਾ ਚਲਾਉਣਾ ਹੈ। ਗੱਲ ਇਹ ਹੈ, ਜੇ ਖਾਲਿਸਤਾਨੀ ਖੇਲ ਰਹੇ ਆ ਔਰ ਉਹ ਕਿਸਾਨ ਦੇ ਮੰਚ ਤੇ ਖੜੇ ਹੋ ਕੇ ਖੇਲ ਰਹੇ ਆ, ਫਿਰ ਤਾਂ ਉਹਨਾਂ ਲੀਡਰਾਂ ਦੀ ਨਲਾਇਕੀ ਹੈ ਜਿਹੜੇ ਉਹਨਾਂ ਨੂੰ ਪਛਾਣ ਨਹੀਂ ਸਕੇ, ਜਿਹੜੇ ਐਡੇ ਵੱਡੇ ਮੂਵ ਨੂੰ ਇਕੱਠਾ ਕਰਨ ਸਫਲ ਹੋਏ ਕਿ ਉਹਨਾਂ 4 6 10 ਜਿਹੜੇ ਬੰਦੇ ਸੀ ਕੰਮ ਗਲਤ ਕਰਨ ਵਾਲੇ ਇਹਨੇ ਕੀ ਹੁੰਦੇ ਆ, ਬਾਕੀ ਤਾਂ ਭੀੜ ਹੀ ਹੁੰਦੀ ਆ। ਤੇ ਇਹ ਉਹਨਾਂ ਲੋਕਾਂ ਨੂੰ ਆਇਡੈਂਟੀਫਾਈ ਨਹੀਂ ਕਰ ਸਕੇ, ਜਾਂ ਆਇਡੈਂਟੀਫਾਈ ਕੀਤਾ ਸੀ ਤੇ ਪੁਲਿਸ ਨੂੰ ਦੱਸਣਾ ਚਾਹੀਦਾ ਸੀ ਕਿ ਭਾਈ ਇਹਨਾਂ ਬੰਦਿਆਂ ਨੇ ਸ਼ਰਾਰਤ ਕਰਨੀ ਹੈ। ਇਹੋ ਜਿਹੇ ਮੌਕੇ ਤੇ ਇਹਨੂੰ ਕੋਈ ਗੱਦਾਰੀ ਨਹੀਂ ਕਿਹਾ ਜਾ ਸਕਦਾ, ਇਹ ਦੇਸ਼ ਦੀ ਸੁਰੱਖਿਆ ਦਾ ਮਸਲਾ ਸੀ। ਇਹਨੂੰ ਕਿਸਾਨ ਅੰਦੋਲਨ ਦੇ ਜਿਹੜੇ ਲੀਡਰ ਸੀ ਨਾ, ਉਹਨਾਂ ਨੇ ਹਲਕੇ 'ਚ ਲਿਆ। ਅੱਛਾ, ਇਹ ਦੱਸੋ ਵੀ ਜਿਹੜਾ ਬੈਕਫੁੱਟ ਤੇ ਪੁਲਿਸ ਗਈ ਹੈ, ਉਸ ਦਿਨ ਵੀ ਗਈ ਹੈ, ਪੁਲਿਸ ਨੇ ਆਪ ਮਾਰ ਖਾ ਲਈ ਪਰ ਉਹਨਾਂ ਨੇ ਰਿਐਕਟ ਨਹੀਂ ਕੀਤਾ। ਹੁਣ ਵੀ ਜਿਹੜਾ ਗਾਜੀਪੁਰ ਬਾਰਡਰ ਦੇ ਉੱਤੇ ਵੀ ਇਹ ਗੱਲ ਹੋਈ ਹੈ ਕਿ ਪੁਲਿਸ ਆਈ ਸੀ, ਚੜ੍ਹ ਕੇ ਲਾਮਬੰਦ ਹੋ ਕੇ ਆਈ ਸੀ ਔਰ ਕਾਫੀ ਕਿਸਾਨ ਜਿਹੜੇ ਆਪਣੇ ਆਪ ਚਲੇ ਵੀ ਗਏ। ਦਬਾਅ ਦੀ ਰਣਨੀਤੀ ਉਹਨਾਂ ਨੇ ਖੇਡੀ ਹੈ, ਤੇ ਉਹਦੇ ਵਿੱਚ ਤੁਹਾਨੂੰ ਕੀ ਲੱਗਦਾ ਕਿ ਇਹ ਫਿਰ ਬੈਕਫੁੱਟ ਤੇ ਚੱਲ ਗਈ ਪੁਲਿਸ ਜਦੋਂ ਇਕੱਠੇ ਹੋਣੇ ਸ਼ੁਰੂ ਹੋਏ? ਪਰ ਜਨਤਾ ਹੁਣ ਅੱਗੇ ਆ, ਤੇ ਹੁਣ ਇਹ ਕੀ ਜਿਹੜਾ ਉਹ ਬਣਦਾ ਨਜ਼ਰ ਆਉਂਦਾ? ਦੇਖੋ ਗੱਲ ਇਹ ਹੈ ਕਿ ਸਰਕਾਰਾਂ ਉਹ ਪੁਰਾਣੀਆਂ ਸਰਕਾਰਾਂ ਵਾਲੀਆਂ ਗਲਤੀਆਂ ਨਹੀਂ ਦੁਹਰਾਉਣੀਆਂ ਚਾਹੁੰਦੀਆਂ। ਠੀਕ ਹੈ ਨਾ ਜੀ। ਜਿੱਥੇ ਇਕੱਠੇ ਹੋ ਗਈ ਭੀੜ, ਉਹ ਇਕੱਠੀ ਹੋ ਗਈ, ਉਹਨੂੰ ਦਬਾਅ ਬਣਾਉਣ ਦੇ ਚੱਕਰ 'ਚ ਉੱਥੇ ਗੋਲੀ ਚਲਾ ਦਿਓ, ਉੱਥੇ ਬਲ ਪ੍ਰਯੋਗ ਕਰ ਲਓ। ਇਹਨਾਂ ਚੀਜ਼ਾਂ ਦੇ ਨਤੀਜੇ ਬਾਅਦ ਭੁਗਤਣੇ ਪੈਂਦੇ ਆ ਜੀ। ਅੱਜ ਘੱਟੋ ਘੱਟ ਅਗਰ ਭਾਰਤ ਸਰਕਾਰ ਜਿਹੜੀ ਹੈ ਉਹ ਇੱਕ ਗੱਲੋਂ ਪੱਲਾ ਝਾੜ ਕੇ ਬੈਠੀ ਹੈ ਤਾਂ ਉਹਨੂੰ ਇੱਕ ਕ੍ਰੈਡਿਟ ਜ਼ਰੂਰ ਜਾਂਦਾ ਹੈ ਕਿ ਉਹਨੇ ਉੱਥੇ ਹਾਲਾਤ ਕਾਬੂ 'ਚ ਰੱਖੇ ਹੈ, ਆਪਣੇ ਸਿਕਿਉਰਿਟੀ ਫੋਰਸਿਸ ਨੂੰ ਕਾਬੂ 'ਚ ਰੱਖਿਆ ਤਾਂ ਕਿ ਉੱਥੇ ਕੋਈ ਵੱਡੀ ਘਟਨਾ ਨਹੀਂ ਘਟ ਸਕੀ ਲਾਲ ਕਿਲੇ ਤੇ। ਔਰ ਇਹੀ ਚੀਜ਼ ਗਾਜ਼ੀ ਬਾਰਡਰ ਤੇ ਹੋਈ ਹੈ। ਦੇਖੋ ਗਾਜ਼ੀਪੁਰ ਬਾਰਡਰ ਜਿਹੜਾ ਹੈ ਉਹ ਉੱਤਰ ਪ੍ਰਦੇਸ਼ ਦੇ ਨਾਲ ਲੱਗਦਾ। ਠੀਕ ਹੈ ਜੀ। ਔਰ ਉੱਤਰ ਪ੍ਰਦੇਸ਼ ਦੀ ਪੂਰੀ ਪੁਲਿਸ, ਰੈਪਿਡ ਐਕਸ਼ਨ ਫੋਰਸ, ਹੋਰ ਕਈ ਤਰ੍ਹਾਂ ਦੀਆਂ ਐਸੀਆਂ ਫੋਰਸਿਸ ਜਿਨ੍ਹਾਂ ਦੀ ਸ਼ਾਇਦ ਸ਼ਕਲ ਵੀ ਲੋਕਾਂ ਨੇ ਕਦੀ ਨਹੀਂ ਦੇਖੀ ਹੋਈ ਸੀ, ਉਹ ਵੀ ਉੱਥੇ ਪਹੁੰਚੀਆਂ ਜੀ। ਠੀਕ ਹੈ ਨਾ। ਔਰ ਟਕੈਤ ਸਾਹਿਬ ਜਿਹੜੇ ਹੈ ਉਹਨਾਂ ਦਾ ਆਪਣਾ ਇੱਕ ਕੈਡਰ ਹੈ, ਉਹਨਾਂ ਦੇ ਪਿਤਾ ਬਹੁਤ ਵੱਡੇ ਕਿਸਾਨ ਲੀਡਰ ਸੀ, ਔਰ ਉਹਨਾਂ ਨੇ ਜੋ ਦੇਖਿਆ ਉਹਨੂੰ ਲੱਗਿਆ ਸੀਗਾ ਕਿ ਇਹ ਜਿਹੜੀ ਮੋਰਚਾ ਹੈ ਨਾ ਇਹ ਖਿੜ ਜਾਏਗਾ, ਕਿਉਂਕਿ ਬੰਦੇ 25 ਰਹਿ ਗਏ ਸਾਰੇ, ਬਾਕੀ ਦੇ ਸਾਰੇ ਚਲੇ ਗਏ। ਅਲਟੀਮੇਟਲੀ ਉੱਥੇ ਜੋ ਮੀਡੀਆ ਦੇ ਉੱਪਰ ਉਹਨਾਂ ਨੇ ਆਪਣੀ ਭਾਵਨਾਵਾਂ ਵਿਅਕਤ ਕੀਤੀਆਂ, ਸ਼ਾਇਦ ਅੰਦਰੋਂ ਆਪਣੇ ਆਪ ਨੂੰ ਜਜ਼ਬਾਤ ਨੂੰ ਕਾਬੂ ਨਹੀਂ ਕਰ ਸਕੇ ਔਰ ਉਹਨਾਂ ਦੇ ਜਜ਼ਬਾਤ ਰੋਣ ਦੀ ਸੂਰਤ ਫੁੱਟ ਪਏ। ਉਹਦੇ ਨਾਲ ਕੀ ਸੀ, ਉਹਦੇ ਨਾਲ ਉਹਨਾਂ ਨੇ
ਦੂਰ ਤੱਕ ਮੈਸੇਜ ਗਿਆ, ਉਹਨੇ ਉਹ ਜੋ ਤੁਸੀਂ ਮਤਲਬ ਹੰਝੂਆਂ ਨੇ ਜਿਹੜਾ ਕਿਸਾਨ ਸੰਘਰਸ਼ ਸੀ ਉਹਦੇ 'ਚ ਊਰਜਾ ਭਰਨ ਦਾ ਕੰਮ ਕੀਤਾ। ਊਰਜਾ ਤੇ ਭਰਨ ਦਾ ਕੰਮ ਕੀਤਾ। ਦੇਖੋ ਮੈਂ ਸੰਧੂ ਸਾਹਿਬ ਇਸ ਸਾਰੇ ਮਾਮਲੇ 'ਚ ਇੱਕ ਚੀਜ਼ ਬੜੀ ਸਪਸ਼ਟ ਸਮਝਦਾ ਕਿ ਸਰਕਾਰ ਨੂੰ ਹੁਣ ਇਹ ਸ਼ੱਕ ਨਹੀਂ ਰਹਿ ਗਿਆ ਕਿ ਕਿਸਾਨ ਅੰਦੋਲਨ ਦੀ ਰੌਚ ਨੇ ਔਰ ਕਿਸਾਨ ਅੰਦੋਲਨ ਦੇ ਪਿੱਛੇ ਉਹਨਾਂ ਦੀ ਭਾਵਨਾ ਕਿੰਨੀ ਤੀਵਰ ਹੈ ਔਰ ਕਿੰਨੀ ਮਾਸ ਫੋਲੋਇੰਗ ਉਹਦੇ ਪਿੱਛੇ ਹੈ। ਇਹ ਗੱਲ ਦਾ ਸਰਕਾਰ ਨੂੰ ਚੰਗੀ ਤਰ੍ਹਾਂ ਕੰਨ ਖੜੇ ਹੋ ਚੁੱਕੇ ਆ। ਦਿੱਲੀ ਦੇ ਵਿੱਚ 2 ਮਹੀਨੇ ਜਿਹੜਾ ਉੱਥੇ ਪ੍ਰਦਰਸ਼ਨ ਹੋਇਆ ਵਾ ਜਾਂ ਜੋ 2 ਮਹੀਨੇ ਉੱਥੇ ਅੰਦੋਲਨ ਹੋਇਆ ਵਾ, ਉਸ ਤੋਂ ਬਾਅਦ ਮੈਂ ਨਹੀਂ ਸਮਝਦਾ ਕਿ ਅੰਦੋਲਨ ਨੂੰ ਦਿੱਲੀ 'ਚ ਰੱਖ ਕੇ ਹੀ ਲਮਕਾਇਆ ਜਾਵੇ ਜਾਂ ਉਹਨੂੰ ਵੇਟ ਕੀਤੀ ਜਾਏਗੀ ਕਦੀ ਇੱਧਰਲੇ ਪਾਸੇ ਨਾਲ ਲੜੋ ਤੇ ਕਦੀ ਉੱਧਰਲੇ ਪਾਸੇ ਨਾਲ ਲੜੋ। ਇਹਦੇ ਨਾਲ ਅੰਦੋਲਨ ਕਮਜ਼ੋਰ ਪਏਗਾ। ਮੈਂ ਸਮਝਦਾ ਸਰਕਾਰ ਨੂੰ ਤਾਕਤ ਦਿਖਾਤੀ ਗਈ ਹੈ। ਇਸ ਵੇਲੇ ਹਾਲਾਤ ਨੂੰ ਦੇਖਦੇ ਹੋਏ ਅੰਦੋਲਨ ਜਿਹੜਾ ਹੈ ਉਹ ਦਿੱਲੀ ਦੀ ਬਾਰਡਰ ਤੋਂ ਚੱਕ ਲੈਣਾ ਚਾਹੀਦਾ। ਮਤਲਬ ਜਨਤਾ ਦਾ ਜਿਹੜਾ ਉੱਥੇ ਵਿਰੋਧ ਹੈ ਉਹਨੂੰ ਆਰਐਸਐਸ ਦਾ ਬੀਜੇਪੀ ਦਾ ਇਕੱਲਾ ਨਾਂ ਲੈ ਕੇ ਦੇਖੋ ਜੀ ਗੱਲ ਉਹਨਾਂ ਨੂੰ ਉਲਟਾ ਲਾਹਾ ਦੇਣ ਦੀ ਥਾਂ ਤੇ ਕੋਸ਼ਿਸ਼ ਇਹ ਹੋਣੀ ਚਾਹੀਦੀ ਹੈ ਕਿ ਅਸੀਂ ਸੱਚ ਨੂੰ ਕਬੂਲ ਕਰੀਏ ਔਰ ਉਹਨਾਂ ਲੋਕਾਂ ਦੇ ਨਾਲ ਜਿਹੜਾ ਵਰਤਾਰਾ ਕਰੀਏ, ਉੱਥੋਂ ਆਪਣਾ ਪ੍ਰੈਸ਼ਰ ਘਟਾਈਏ ਜਾਂ ਗਿਣਤੀ ਘਟਾਈਏ ਜਾਂ ਉਹਦੀ ਕੋਈ ਰਣਨੀਤੀ ਅਡਾਪਟ ਕਰੀਏ। ਉਹਦੀ ਰਣਨੀਤੀ ਇਦਾਂ ਦੀ ਹੋ ਸਕਦੀ ਹੈ ਕਿ ਜਿਸ ਤਰ੍ਹਾਂ ਪਹਿਲਾਂ ਸਰਕਾਰ ਨੇ ਕਿਹਾ ਸੀ ਕਿ ਤੁਸੀਂ ਟਿਕਰੀ ਬਾਰਡਰ ਦੇ ਉੱਪਰ ਕਿੱਥੇ ਟਿਕਰੀ ਬਾਰਡਰ ਜਗ੍ਹਾ ਸੀਗੀ ਅੰਦਰ ਗਰਾਊਂਡ ਸੀ ਉਹਦਾ ਕੀ ਨਾਮ ਹੈ ਦਿਮਾਗ 'ਚ ਸ਼ਾਇਦ ਆ ਰਿਹਾ, ਉਸ ਗਰਾਊਂਡ 'ਚ ਸ਼ਿਫਟ ਹੋ ਜਾਓ ਅਗਰ ਅੰਦੋਲਨ ਕਰਨਾ, ਤਾਂ ਕਿ ਆਉਣ ਜਾਣ ਵਾਲਿਆਂ ਦੇ ਕੋਈ ਪ੍ਰੈਸ਼ਰ ਨਾ ਰਹੇ, ਦਿੱਕਤ ਨਾ ਰਹੇ। ਹੁਣ ਤਾਂ ਰਹਿ ਗਿਆ ਵੀ ਅਗਰ ਤੁਸੀਂ ਅੰਦੋਲਨ ਕਰਨਾ ਹੀ ਹੈ ਤਾਂ ਠੀਕ ਹੈ ਵੀ ਕੋਈ ਇਹੋ ਜਿਹੀ ਜਗ੍ਹਾ ਲੱਭ ਲਓ ਜਿੱਥੇ ਕਿਸੇ ਨੂੰ ਤਕਲੀਫ ਨਾ ਹੋਵੇ, ਜਿੱਥੇ ਕੋਈ ਤੁਹਾਡਾ ਵਿਰੋਧ ਨਾ ਆ ਕੇ ਕਰੇ। ਠੀਕ ਹੈ ਜੀ। ਤੇ ਲੱਗਦਾ ਕਿ ਕਿਸਾਨ ਆਗੂਆਂ ਨੂੰ ਵੀ ਹੁਣ ਇਸ ਗੱਲ ਤੇ ਵਿਚਾਰ ਕਰਨੀ ਚਾਹੀਦੀ ਹੈ ਕਿ ਵੱਖ-ਵੱਖ ਬਾਰਡਰਾਂ ਦੇ ਉੱਤੇ ਜਨਤਾ ਨੂੰ ਨਾਲ ਭਿੜਨ ਦੀ ਥਾਂ ਤੇ, ਕਿਉਂਕਿ ਨਹੀਂ ਤਾਂ ਜਨਤਾ ਦੇ ਨਾਲ ਅਗਰ ਭਿੜ ਪੈਂਦੇ ਆ ਤੇ ਅੰਦੋਲਨ ਦਾ ਕੀ ਰਹੇਗਾ? ਅੰਦੋਲਨ ਦਾ ਕੁਝ ਨਹੀਂ ਰਹਿਣਾ, ਜਨਤਾ ਵਰਸਸ ਕਿਸਾਨ ਹੋ ਜਾਏਗਾ। ਔਰ ਕਿਤੇ ਨਾ ਕਿਤੇ ਕਿਉਂਕਿ ਉੱਥੇ ਹਰਿਆਣਾ ਦੇ ਪਿੰਡ ਦੇ ਸਾਰੇ ਸੰਧੂ ਸਾਹਿਬ 25 ਤਰੀਕ ਤੋਂ ਪਹਿਲਾਂ ਉਹੀ ਜਨਤਾ ਸੀ ਜੀ ਜਿਹੜੀ ਸਮਰਥਨ ਕਰ ਰਹੀ ਸੀ, ਉਹੀ ਜਨਤਾ ਸੀ ਜਿਹੜੀ ਖੁਦ ਇੰਟਰਵਿਊ ਦੇ ਕੇ ਇਹਨਾਂ ਦੇ ਕਿਸਾਨ ਅੰਦੋਲਨ ਦੇ ਬਾਰੇ ਬਹੁਤ ਅੱਛੀ ਰਾਏ ਰੱਖਦੀ ਸੀ। ਹਾਂਜੀ, ਪ੍ਰਸ਼ਾਦੇ ਬਣਾਉਣ ਲਈ ਜਾ ਰਹੇ ਸੀ। ਹਾਂ, ਸਾਰਾ ਕੁਝ ਹੋ ਰਿਹਾ ਸੀ, ਸਹਿਯੋਗ ਹੋ ਰਿਹਾ ਸੀ ਜੀ। ਅਗਰ ਉੱਥੇ ਬਿਜਲੀ ਜਲਦੀ ਵੀ ਹੈ ਤੇ ਪਾਣੀ ਮਿਲ ਰਿਹਾ ਤੇ ਟਾਇਲਟ ਦੀ ਵਿਵਸਥਾ ਕੀਤੀ ਗਈ ਤੇ ਸਥਾਨੀ ਲੋਕਾਂ ਦੀ ਸਮਰਥਨ ਤੋਂ ਬਿਨਾਂ ਨਹੀਂ ਕੀਤਾ ਜਾ ਸਕਦਾ। ਆਪਾਂ ਇਹ ਜਿਹੜੀ ਵਿਚਾਰ ਚਰਚਾ ਕੀਤੀ ਹੈ ਇਹਦੇ ਸਾਨੂੰ ਇਹੋ ਗੱਲ ਆਈ ਹੈ ਕਿ ਕਿਸਾਨ ਜਿਹੜੇ ਆਗੂ ਨੇ ਉਹਨਾਂ ਨੂੰ ਹੁਣ ਇਹ ਤੇ ਦੁਬਾਰਾ ਰੀਸ਼ਫਲ ਕਰਨਾ ਚਾਹੀਦਾ, ਦੁਬਾਰਾ ਸੋਚਣਾ ਚਾਹੀਦਾ ਕਿਉਂਕਿ ਕਿਸਾਨ ਅੰਦੋਲਨ ਦੀ ਸ਼ਕਤੀ ਜਿਹੜੀ ਸੀ ਉਹ ਬਹੁਤ ਵੱਡੀ ਸੀ ਔਰ ਉਹ ਸਰਕਾਰ ਦੇਖ ਚੁੱਕੀ ਹੈ। ਹੁਣ ਤਾਂ ਇਹ ਕੋਸ਼ਿਸ਼ ਹੋਣੀ ਚਾਹੀਦੀ ਹੈ ਕਿ ਅੜਨ ਦੀ ਥਾਂ ਤੇ ਸਰਕਾਰ ਨੇ ਜਿੱਥੇ ਤੱਕ ਕਦਮ ਚੱਲਿਆ ਹੋਇਆ ਤੁਸੀਂ ਥੋੜਾ 2 ਕਦਮ ਹੋਰ ਅੱਗੇ ਚੱਲੋ। ਤੁਸੀਂ ਜ਼ਰੂਰ ਮੈਨੂੰ ਲੱਗਦਾ ਕਿ ਜਿੱਥੇ ਤੱਕ ਸਰਕਾਰ ਨੂੰ ਲਿਆਂਦਾ ਗਿਆ ਹੈ ਨਾ ਉੱਥੇ ਵੀ ਅਗਰ ਸਰਕਾਰ ਨੂੰ ਰਜਾਮੰਦ ਕਰ ਲਿਆ ਜਾਵੇ। ਅੱਜ ਦੀ ਤਰੀਕ ਅਗਰ ਮੈਂ ਕਹਿੰਦਾ ਅਗਰ ਇਸ ਤੋਂ ਪਹਿਲਾਂ 26 ਜਨਵਰੀ ਤੋਂ ਪਹਿਲਾਂ ਜਦੋਂ ਸਰਕਾਰ ਨੇ 1.5 ਸਾਲ ਮੁਲਤਵੀ ਰੱਖਣ ਲਈ ਔਰ ਹਰ ਚੀਜ਼ ਨੂੰ ਕਰਨ ਵਾਸਤੇ ਵਾਅਦਾ ਕਰ ਦਿੱਤਾ ਸੀ, ਉਹ ਅਗਰ ਜਿੱਤਣਾ ਚਾਹੁੰਦੇ ਉਹ ਜਿੱਤੀ ਬਾਜੀ ਲੈ ਜਾਣੀ ਸੀ ਇਹਨਾਂ ਨੇ ਔਰ ਕੋਈ ਗੜਬੜ ਨਹੀਂ ਸੀ ਹੋਣੀ ਔਰ ਪੂਰੀ ਦੁਨੀਆ ਧੁੰਮ ਮਚਣੀ ਸੀ। ਲੇਕਿਨ ਅੱਜ ਉਹ ਪੋਜੀਸ਼ਨ ਜਿਹੜੀ ਹੈ ਉਹ ਦੁਬਾਰਾ ਅਗਰ ਉਹ ਆਂਦੀ ਹੈ ਉਹਦੀ ਕੋਸ਼ਿਸ਼ ਕੀਤੀ ਨਹੀਂ, ਪਰ ਹੁਣ ਦੇਖਣ ਵਾਲੀ ਕੋਸ਼ਿਸ਼ ਇਹ ਚਾਹੀਦੀ ਹੈ ਜੀ ਕਿ ਕੀ ਸਰਕਾਰ ਅੱਜ ਵੀ ਉਸ ਸਟੈਂਡ ਤੇ ਖੜੀ, ਅੱਜ ਵੀ 1.5 ਸਾਲ ਜੋ 2 ਸਾਲ ਜਿਹੜਾ ਅੱਗੇ ਪਾਉਣਾ ਚਾਹੁੰਦੀ ਹੈ ਵੀ ਉੱਤੇ ਫਿਰ ਸਾਰੀ ਕਮੇਟੀ ਬਣਾ ਕੇ ਵਿਚਾਰ ਕਰੇ। ਉੱਥੇ ਮੈਂ ਸਮਝਦਾ ਕਿ ਅਗਰ ਇਸ ਵੇਲੇ ਕਿਸਾਨ ਜਥੇਬੰਦੀਆਂ ਉਸ ਆਫਰ ਨੂੰ ਮੰਨ ਲੈਂਦੀਆਂ ਔਰ ਸਰਕਾਰ ਉਹਨਾਂ ਦੇ ਕੋਈ ਵੀ ਆਨਾਕਾਨੀ ਕਰਦੀ ਹੈ ਤੇ ਸਿੱਧਾ ਸਰਕਾਰ ਦੇ ਉੱਪਰ ਇਲਜ਼ਾਮ ਲੱਗੇਗਾ ਔਰ ਦੁਨੀਆ ਦੇ ਸਾਹਮਣੇ ਇਹ ਮੈਸੇਜ ਜਾਏਗਾ ਕਿ ਇਹਨਾਂ ਨੇ ਅੰਦੋਲਨਕਾਰੀਆਂ ਨੂੰ ਬੇਵਕੂਫ ਬਣਾਉਣ ਦੀ ਕੋਸ਼ਿਸ਼ ਕੀਤੀ ਸੀ। ਬਿਲਕੁਲ ਜੀ, ਮੈਂ ਸਮਝਦਾ ਇਹੀ ਵਿਚਾਰ ਹੈ ਔਰ ਇਹਦੇ ਨਾਲ ਮੇਰਾ ਵੀ ਇਹੀ ਵਿਚਾਰ ਹੈ ਕਿ ਅਗਰ ਅਸੀਂ ਥੋੜਾ ਜਿਹਾ ਸੂਝ-ਬੂਝ ਤੋਂ ਕੰਮ ਲਈਏ, ਅਸੀਂ ਆਪਣੇ ਜਜ਼ਬਾਤਾਂ ਤੋਂ ਥੋੜਾ ਬਾਹਰ ਆਈਏ, ਅਸੀਂ ਜਦੋਂ ਪ੍ਰੈਕਟੀਕਲ ਗਰਾਊਂਡ ਤੇ ਥੋੜਾ ਸੋਚੀਏ ਔਰ ਸਾਡੀ ਲੀਡਰਸ਼ਿਪ ਜਿਹੜੀ ਹੈ ਸੂਝ-ਬੂਝ ਦਾ ਜਿਹੜਾ ਪ੍ਰਗਟਾਵਾ ਕਰੇ ਤੇ ਇਸ ਵੇਲੇ ਇਹੋ ਹੀ ਬਣਦਾ ਕਿ ਉਹ ਮੰਗਾਂ ਮੰਨ ਕੇ ਜਿੰਨੀ ਸਰਕਾਰ ਮੰਨ ਚੁੱਕੀ ਆ ਉਨੀਆਂ ਕਬੂਲ ਕਰਕੇ ਸਰਕਾਰ ਨੂੰ ਕਟਹਿਰੇ 'ਚ ਲੈਣਾ ਚਾਹੀਦਾ, ਕਿਉਂਕਿ ਮੈਨੂੰ ਲੱਗਦਾ ਕਿ ਸਰਕਾਰ ਵੀ ਹੁਣ ਮੁੱਕਰਨ ਦੇ ਰੌਂਚ ਹੋ ਸਕਦੀ ਹੈ। ਅਗਰ ਹੁਣ ਸਰਕਾਰ ਮੁੱਕਰੇਗੀ ਤੇ ਫਿਰ ਸਰਕਾਰ ਦੇ ਉੱਪਰ ਗੇਂਦ ਜਿਹੜੀ ਹੈ ਫਿਰ ਸਰਕਾਰ ਦੇ ਪਾਲੇ ਚਲੇ ਜਾਏਗੀ, ਫਿਰ ਕਿਸਾਨ ਸੰਗਠਨ ਜਿਹੜੇ ਆ ਉਹਨਾਂ ਦਾ ਪ੍ਰੈਸ਼ਰ ਘਟ ਜਾਏਗਾ। ਉਮੀਦ ਹੈ ਸਾਡੀ ਇਸ ਗੱਲਬਾਤ ਤੋਂ ਬਾਅਦ ਜਿਹੜੀ ਹੈ ਉਹ ਸਾਡੀ ਵੱਧ ਤੋਂ ਵੱਧ ਸਾਡੇ ਦਰਸ਼ਕ ਜਿਹੜੇ ਉਹਨੂੰ ਵਾਇਰਲ ਕਰਨਗੇ ਔਰ ਇਹ ਸਾਡੀ ਜਿਹੜੀ ਗੱਲਬਾਤ ਹੈ ਕਿਸਾਨ ਆਗੂਆਂ ਤੱਕ ਵੀ ਪਹੁੰਚੇਗੀ ਔਰ ਸਰਕਾਰ ਦੇ ਤੱਕ ਵੀ ਪਹੁੰਚੇਗੀ ਔਰ ਉਮੀਦ ਕਰਦੇ ਹਾਂ ਕਿ ਇਹੋ ਜਿਹੀ ਅਗਰ ਰਣਨੀਤੀ ਕੋਈ ਅਖਤਿਆਰ ਕੀਤੀ ਜਾਂਦੀ ਹੈ ਜਿਹਦੇ ਵਿੱਚੋਂ ਕਿ ਇੱਕ ਚੰਗੇ ਨਤੀਜੇ ਆ ਸਕਦੇ ਆ ਔਰ ਦੇਸ਼ ਦਾ ਵਿੱਚ ਵੀ ਸ਼ਾਂਤੀ ਹੁੰਦੀ ਆ ਔਰ ਸਾਡੇ ਜਿਹੜਾ ਖਾਸ ਤੌਰ ਤੇ ਪੰਜਾਬ ਦੇ ਜਿਹੜੇ ਨੇ ਨੌਜਵਾਨ ਇੰਨੇ ਬਜ਼ੁਰਗ ਜਿਹੜੇ ਸਰਹੱਦਾਂ ਤੇ ਬੈਠੇ ਆ ਉਹਨਾਂ ਦੀ ਜਿਹੜੀ ਮਿਹਨਤ ਆ ਉਹ ਵੀ ਵਾਰੇ ਆਉਂਦੀ ਆ ਔਰ ਉਹਨਾਂ ਦਾ ਜਿਹੜਾ ਅੱਗੇ ਖੂਨ ਡੁੱਲਣ ਦੀਆਂ ਜਿਹੜੀਆਂ ਸੰਭਾਵਨਾਵਾਂ ਜਿਹੜੀਆਂ ਬਣਦੀਆਂ ਜਾ ਰਹੀਆਂ ਉਹਨਾਂ ਤੋਂ ਵੀ ਬਚਾਅ ਹੋ ਸਕਦਾ। ਇੱਥੇ ਅਸੀਂ ਗੱਲਬਾਤ ਖਤਮ ਕਰਦੇ ਹਾਂ। ਬਹੁਤ ਬਹੁਤ ਧੰਨਵਾਦ ਜੀ ਸਾਰੇ।